ਆਈਨਸਟਾਈਨ ਨੇ ਗੱਲ ਕਹਿਤੀ ਸੀ ਜੇ ਸ਼ਹਿਦ ਦੀਆਂ ਮੱਖੀਆਂ ਧਰਤੀ ਤੋਂ ਅਲੋਪ ਹੋ ਗਈਆਂ ਤਾਂ 4 ਸਾਲਾਂ ਦੇ ਵਿੱਚ ਮਨੁੱਖ ਜਾਤੀ ਖਤਰੇ ਦੇ ਵਿੱਚ ਪੈ ਜੂਗੀ ਕਿਉਂਕਿ ਕਈ ਤਰ੍ਹਾਂ ਦੇ ਫਲ ਫਰੂਟ ਸਬਜ਼ੀਆਂ ਇੱਥੋਂ ਅਲੋਪ ਹੋ ਜਾਣਗੇ। ਇਹ ਕਿਉਂ ਨਹੀਂ ਮਾਪਦੰਡ ਬਣਾਇਆ ਜਾ ਰਿਹਾ? ਇਹਦੇ ਪਿੱਛੇ ਕੋਈ ਕਾਰਨ ਲੱਗਦਾ ਤੁਹਾਨੂੰ? ਜਿਹੜਾ ਸ਼ਹਿਦ ਅਮਰੀਕਾ ਨੂੰ ਐਕਸਪੋਰਟ ਹੋਣਾ USA ਨੂੰ, ਉਹਦੇ ਤੇ NMR ਟੈਸਟ ਕੰਪਲਸਰੀ ਕਰਤਾ। ਨਿਊਕਲੀਅਰ ਮੈਗਨੈਟਿਕ ਟੈਸਟ ਆ, ਡਾਟਾਬੇਸ ਟੈਸਟ ਆ ਵੀ ਉਹ ਲਾਗੂ ਉਹਦੇ ਤੇ ਹੋਊਗਾ, ਉਸ ਤੋਂ ਬਿਨਾ ਸ਼ਹਿਦ ਨਹੀਂ ਜਾਊਗਾ। ਇਹਦਾ ਮਤਲਬ ਪਿਓਰ ਸ਼ਹਿਦ ਜਾਊਗਾ ਉੱਥੇ। ਇਹ ਬੜੀ ਕਮਾਲ ਦੀ ਗੱਲ ਹੈ। ਬਾਹਰਲੇ ਮੁਲਕਾਂ ਨੂੰ ਤਾਂ ਆਪਾਂ ਸ਼ੁੱਧ ਚੀਜ਼ ਖਵਾ ਰਹੇ ਹਾਂ, ਆਪਣੇ ਮੁਲਕ ਨੂੰ ਕਿਉਂ ਨਹੀਂ ਖਵਾ ਰਹੇ? ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਲੱਗਦੀ ਹੈ ਜਾਂ ਕੋਈ ਹੋਰ ਕੰਪਨੀ ਆਪ ਦਾ ਬਣਾ ਵੇਚੀ ਜਾਂਦੀ ਹੈ? ਜਿਹੜੀ ਪ੍ਰੋਡਕਸ਼ਨ 40 ਕਿਲੋ ਸੀਗੀ ਸ਼ਹਿਦ ਦੀ, ਉਹ ਘਟ ਕੇ 20 ਤੋਂ ਲੈ ਕੇ 30 ਕਿਲੋ ਰਹਿ ਗਈ ਆ। ਡੱਬਿਆਂ ਦੀ ਗਿਣਤੀ ਵੀ ਘਟ ਗਈ, ਪ੍ਰੋਡਕਸ਼ਨ ਵੀ ਘਟ ਗਈ, ਤਾਂ ਫਿਰ ਉਹ ਡਾਟਾ ਉੱਪਰ ਨੂੰ ਕਿਵੇਂ ਜਾ ਰਿਹਾ? ਜੇ ਕੱਲ੍ਹ ਨੂੰ ਸਾਡੇ ਕੋਲੇ ਪਾਣੀ ਨਾ ਰਿਹਾ ਫਸਲਾਂ ਨੂੰ ਲਾਉਣ ਵਾਸਤੇ, ਤਾਂ ਅਸੀਂ ਕਣਕ ਝੋਨੇ ਦੇ MSP ਨੂੰ ਵੀ ਇਕੱਲੇ ਨੂੰ ਕੀ ਕਰਾਂਗੇ? ਖੇਤੀ ਵਿਭਿੰਨਤਾ ਬਹੁਤ ਜ਼ਰੂਰੀ ਹੈ ਵੀ ਜੇ ਅਸੀਂ ਇਕੱਲੇ ਕਣਕ ਝੋਨੇ ਦੇ ਮਗਰ ਪਏ ਰਹੇ ਤੇ ਸਾਡੇ ਕੋਲੇ ਪਾਣੀ ਵੀ ਨਹੀਂ ਬਚਣਾ, ਤੇ ਸਾਡੇ ਕੋਲੇ ਜਿਹੜਾ ਵਾਤਾਵਰਨ ਵੀ ਨਹੀਂ ਬਚਣਾ, ਤੇ ਸਾਡੇ ਕੋਲੇ ਸ਼ਹਿਦ ਦੀਆਂ ਮੱਖੀਆਂ ਵੀ ਨਹੀਂ ਬਚਣੀਆਂ, ਸਾਡੇ ਕੋਲੇ ਕੁਝ ਵੀ ਨਹੀਂ ਬਚਣਾ। ਜਿੰਨਾ ਮੱਖੀ ਪਾਲਕ ਨੂੰ ਮੱਖੀ ਫਾਇਦਾ ਦਿੰਦੀ ਹੈ ਸ਼ਹਿਦ ਦੇ ਥਰੂ ਜਾਂ ਪੋਲਣ ਦੇ ਥਰੂ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਤਾਂ ਫਸਲਾਂ ਦਾ ਝਾੜ ਵਧਾਉਂਦੀ ਹੈ। ਉਲਟਾ ਜਿਹੜੇ ਹੈਗੇ ਆ ਉਹ ਕਹਿਣਗੇ ਸਾਡੀਆਂ ਫਸਲਾਂ ਦਾ ਰਸ ਕੱਢ ਲਿਆ। ਉਹਨਾਂ ਦੇ ਵਿੱਚ ਅਵੇਅਰਨੈਸ ਦੇਣੀ ਹੈ, ਸਾਡਾ ਕੰਮ ਨਹੀਂ ਨਾ ਹੈ, ਉਹ ਤਾਂ ਸਰਕਾਰਾਂ ਦਾ ਕੰਮ ਆ। ਸਰਕਾਰ ਹੁਣ ਮਿਸ਼ਨ 2022 ਲਈ ਤਾਂ ਬੈਠੀ ਆ, ਪਰ ਮੈਂ ਇਹ ਗੱਲ ਸ਼ਿਓਰਟੀ ਨਾਲ ਕਹਿ ਸਕਦਾ ਵੀ ਜੇ ਉਹ ਬੀ ਕੀਪਿੰਗ ਨੂੰ ਪ੍ਰਮੋਟ ਨਹੀਂ ਕਰਨਗੇ ਤਾਂ ਮਿਸ਼ਨ ਜਿਹੜਾ ਹੈਗਾ ਉਹਨਾਂ ਦਾ 2022 ਫੇਲ ਹੋ ਜਾਊਗਾ। ਪਿਛਲੇ ਸਾਲ ਕੋਵਿਡ ਦੇ ਦੌਰਾਨ ਇਕੱਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਖਬਾਰਾਂ ਦੇ ਵਿੱਚ ਖਬਰ ਸੀ ਵੀ 4500 ਕਰੋੜ ਦਾ ਉਹਨਾਂ ਨੂੰ ਘਾਟਾ ਪੈ ਗਿਆ। ਅਵੇਅਰਨੈਸ ਵੀ ਬਹੁਤ ਜ਼ਰੂਰੀ ਆ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਸ਼ਹਿਦ ਜੰਮ ਗਿਆ ਇਹ ਨਕਲੀ ਨਹੀਂ, ਇਹ ਵੀ ਅਸਲੀ ਆ। ਸਾਡੇ ਤਾਂ ਪਤਾ ਹੀ ਨਹੀਂ ਲੋਕਾਂ ਨੂੰ, ਜੇ ਕੋਈ ਜੰਮਿਆ ਹੋਇਆ ਸ਼ਹਿਦ ਜੰਮ ਜਾਏ ਤਾਂ ਲੋਕ ਲਾਂਭਾ ਦਿੰਦੇ ਆ। ਮੈਨੂੰ ਜੇ ਗੱਲ ਯਾਦ ਆਉਂਦੀ ਹੈ ਸਰਦਾਰਾ ਸਿੰਘ ਜੌਹਲ ਦੀ, ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਵੀ ਅਸੀਂ ਫਸਲਾਂ ਕਿਹੜੀਆਂ ਬੀਜੀਏ ਜੇ ਕਣਕ ਝੋਨਾ ਨਾ ਲਾਈਏ, ਤਾਂ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਜਿਹੜੀਆਂ ਤੁਸੀਂ ਪਾਣੀ ਮੁੱਕਣ ਤੋਂ ਬਾਅਦ ਲਾਓਗੇ ਤਾਂ ਪਹਿਲਾਂ ਹੀ ਉਹ ਸ਼ੁਰੂ ਕਰ ਲਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਦੇ ਵਿੱਚ ਖੇਤੀਬਾੜੀ ਜਿਹੜੀ ਆ ਉਹ ਪ੍ਰਮੁੱਖ ਧੰਦਾ ਹੋਣ ਕਰਕੇ ਹਰ ਇੱਕ ਵਰਗ ਜਿਹੜਾ ਉਹ ਖੇਤੀਬਾੜੀ ਬਾਰੇ ਸੋਚਦਾ ਹੈ। ਅੱਜ ਜਿਹੜੇ ਕਿਸਾਨ ਆ ਉਹ ਦਿੱਲੀ ਬਾਰਡਰਾਂ ਤੇ ਆਪਣੇ ਹੱਕਾਂ ਲਈ ਬੈਠੇ ਆ। ਉੱਥੇ ਜਿੱਥੇ ਕੇਂਦਰ ਸਰਕਾਰ ਨੇ, ਭਾਜਪਾ ਸਰਕਾਰ ਨੇ ਇਹ ਕਿਹਾ ਸੀ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹ ਜਿਹੜੀ ਆਪਣੀ ਫਸਲ ਹੁੰਦੀ ਆ ਉਸ ਦੇ ਨਾਲ ਨਹੀਂ, ਜਿਹੜੇ ਸਹਾਇਕ ਧੰਦੇ ਆ ਕਿਸਾਨਾਂ ਨੂੰ ਉਹ ਅਪਣਾਉਣੇ ਚਾਹੀਦੇ ਆ ਕਿ ਉਸ ਜਿਹੜੇ ਸਹਾਇਕ ਧੰਦੇ ਆ ਉਹਨਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਅੱਜ ਸਾਡੇ ਨਾਲ ਬੈਠੇ ਆ PAU ਪ੍ਰੋਗਰੈਸਿਵ ਬੀ ਕੀਪਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਰਪਿੰਦਰ ਸਿੰਘ ਢਾਲੀਵਾਲ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਇਹ ਜਿਹੜੇ ਬੀ ਕੀਪਿੰਗ ਹੈ ਇਹਦੇ ਵਿੱਚ ਕਿਸਾਨ ਆਪਣੀ ਆਮਦਨ ਨੂੰ ਵਧਾ ਸਕਦਾ, ਕੀ ਸਰਕਾਰ ਸਹੂਲਤਾਂ ਦੇ ਰਹੀ ਹੈ, ਕੀ ਕਿਸਾਨ ਜਿਹੜੇ ਆ ਉਹ ਦੂਸਰੇ ਜਿਹੜੇ ਆਪਣੀ ਫਸਲੀ ਖੇਤੀਬਾੜੀ ਕਰਦੇ ਆ, ਕਣਕ ਝੋਨਾ ਜਾਂ ਹੋਰ ਫਸਲਾਂ ਲਾਉਂਦੇ ਆ, ਉਸ ਦੇ ਨਾਲ ਇੱਧਰ ਆ ਕੇ ਆਪਣੀ ਆਮਦਨ ਨੂੰ ਦੁੱਗਣਾ ਕਰ ਸਕਦੇ ਆ ਜਾਂ ਨਹੀਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਬਾਈ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਆਪਣੇ ਕਿਸਾਨ ਉੱਥੇ ਬੈਠੇ ਆ, ਖੇਤੀਬਾੜੀ ਤੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਸਿਸ ਆਇਆ ਹੋਇਆ ਹੈ ਨਾ, ਬਹੁਤ ਸਭ ਨੂੰ ਲੱਗਦਾ ਵੀ ਖੇਤੀਬਾੜੀ ਆਪਣੀ ਉਹ ਢਹਿੰਦੀਆਂ ਕਲਾਂ 'ਚ ਜਾ ਰਹੀ ਹੈ, ਕੱਲ੍ਹ ਨੂੰ ਪਤਾ ਨਹੀਂ ਇੱਥੇ ਜ਼ਮੀਨਾਂ ਰਹਿਣੀਆਂ ਪਤਾ ਨਹੀਂ ਰਹਿਣੀਆਂ। ਤੁਸੀਂ ਬੜੇ ਲੰਬੇ ਸਮੇਂ ਤੋਂ ਇਹ ਕਰ ਰਹੇ ਹੋ ਹੈ ਨਾ, ਜਿਹੜਾ ਸ਼ਹਿਦ ਦਾ ਕੰਮ, ਤੁਹਾਨੂੰ ਕੀ ਲੱਗਦਾ, ਮਤਲਬ ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਸਰਬਜੀਤ ਜੀ, ਗੱਲ ਇਹ ਆ ਵੀ ਸਰਕਾਰ ਖੇਤੀ ਬਿੱਲ ਲੈ ਕੇ ਆਈ ਆ ਔਰ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ। ਐਜ ਜਥੇਬੰਦੀ ਅਸੀਂ ਵੀ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਵੀ ਕਿਸਾਨ ਕੋਈ ਉਪਜ ਪੈਦਾ ਕਰਦਾ, ਚਾਹੇ ਇਕੱਲੀ ਖੇਤੀ ਦੀ ਨਹੀਂ, ਕਣਕ ਝੋਨੇ ਦੀ ਨਹੀਂ ਗੱਲ ਕਰਦਾ, ਹਰ ਇੱਕ ਫਸਲਾਂ ਚਾਹੇ ਉਹ ਸਹਾਇਕ ਧੰਦਾ, ਉਹਨਾਂ ਦਾ ਉਹਨੂੰ ਜਿਹੜਾ ਹੈਗਾ ਉਚਿਤ ਦਾਮ ਜਾਂ ਉਚਿਤ ਜਿਹੜਾ ਹੈਗਾ ਮੁੱਲ ਮਿਲੇ, ਤਾਂ ਜੋ ਧੰਦਾ ਜਿਹੜਾ ਹੈਗਾ ਲਗਾਤਾਰ ਲਾਭ ਵਾਲੇ ਪਾਸੇ ਨੂੰ ਚੱਲੇ। ਪਰ ਨਾਲ ਦੀ ਨਾਲ ਗੱਲ ਇਹ ਵੀ ਆ ਕਿ ਪੰਜਾਬ ਦੇ ਬਹੁਤੇ ਜ਼ਿਲ੍ਹੇ ਜਾਂ ਹੈਗੇ ਆ ਜ਼ੋਨ, ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਆ। ਪੰਜਾਬ ਦਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹਰ ਵਾਰ। ਸਰਕਾਰ ਨੇ ਝੋਨਾ 10 ਜੂਨ ਕੀਤਾ, 20 ਜੂਨ ਕੀਤਾ, ਤਰੀਕਾ ਨਿਸ਼ਚਿਤ ਕਰ ਰਹੀ ਹੈ ਵੀ ਪਾਣੀ ਬਚਾਉਣ ਵਾਸਤੇ। ਜੇ ਅਸੀਂ MSP ਲੈ ਵੀ ਲਵਾਂਗੇ, ਮੈਨੂੰ ਇਸ ਗੱਲ ਦੇ ਵਿੱਚ ਡਾਊਟ ਆ ਕਿ ਕੀ ਅਸੀਂ ਫਿਰ ਪਾਣੀ ਬਚਾ ਪਾਵਾਂਗੇ। ਜਿੱਥੇ ਅਸੀਂ ਸਾਨੂੰ ਫਸਲਾਂ ਦਾ MSP ਚਾਹੀਦਾ,
ਉੱਥੇ ਨਾਲ ਸਾਨੂੰ ਪੰਜਾਬ ਦਾ ਜਿਹੜਾ ਵਾਤਾਵਰਨ ਉਹ ਵੀ ਬਚਾਉਣਾ ਪੈਣਾ, ਇਹਦਾ ਪਾਣੀ ਵੀ ਬਚਾਉਣਾ ਪੈਣਾ। ਜੇ ਕੱਲ ਨੂੰ ਸਾਡੇ ਕੋਲੇ ਪਾਣੀ ਨਾ ਰਿਹਾ ਫਸਲਾਂ ਨੂੰ ਲਾਉਣ ਵਾਸਤੇ ਤਾਂ ਅਸੀਂ ਕਣਕ ਝੋਨੇ ਦੇ MSP ਨੂੰ ਵੀ ਇਕੱਲੇ ਨੂੰ ਕੀ ਕਰਾਂਗੇ। ਬਿਲਕੁਲ, ਜਦੋਂ ਫਸਲ ਹੀ ਨਾ ਹੋਈ। ਹਾਂ, ਫਸਲ ਹੀ ਨਾ ਹੋਈ। ਮੈਨੂੰ ਜੇ ਗੱਲ ਯਾਦ ਆਉਂਦੀ ਹੈ ਸਰਦਾਰਾ ਸਿੰਘ ਜੌਲ ਦੀ, ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਵੀ ਅਸੀਂ ਫਸਲਾਂ ਕਿਹੜੀਆਂ ਬੀਜੀਏ ਜੇ ਕਣਕ ਝੋਨਾ ਨਾ ਲਾਈਏ, ਤਾਂ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਜਿਹੜੀਆਂ ਤੁਸੀਂ ਪਾਣੀ ਮੁੱਕਣ ਤੋਂ ਬਾਅਦ ਲਾਓਗੇ ਤਾਂ ਪਹਿਲਾਂ ਹੀ ਉਹ ਸ਼ੁਰੂ ਕਰ ਲਓ। ਮੇਰੀ ਵੀ ਇਹ ਚਿੰਤਾ ਹੈਗੀ ਆ ਵੀ ਪੰਜਾਬ ਦਾ ਪਾਣੀ ਜਿਹੜਾ ਜੇ ਮੁੱਕ ਗਿਆ ਤਾਂ ਕਿਸੇ ਫਸਲ ਦਾ ਵੀ ਕੋਈ MSP ਕਿੰਨਾ ਵੀ ਹੋਵੇ ਸਾਨੂੰ ਉਹਦਾ ਕੋਈ ਫਾਇਦਾ ਹੀ ਨਹੀਂ ਹੋਣਾ ਜੇ ਪਾਣੀ ਅਸੀਂ ਖਤਮ ਕਰ ਬੈਠੇ ਤਾਂ। ਵੀ ਜਿੱਥੇ ਸਾਨੂੰ ਸਹੀ ਮੁੱਲ ਮਿਲਣਾ ਚਾਹੀਦਾ ਉੱਥੇ ਨਾਲ ਪੰਜਾਬ ਦਾ ਜਿਹੜਾ ਪਾਣੀ ਆ ਉਹ ਵੀ ਬਚਣਾ ਜ਼ਰੂਰੀ ਆ, ਫਿਰ ਹੀ ਜਿਹੜਾ ਹੈਗਾ ਅਸੀਂ ਅੱਗੇ ਵੱਧ ਪਾਵਾਂਗੇ। ਸਰਕਾਰ ਜਿਹੜੀ ਆ ਉਹ ਦੋ ਜਿਹੜੀਆਂ ਫਸਲਾਂ ਉਹਦੀ ਤਾਂ ਫਿਰ ਵੀ ਕਹਿ ਰਹੀ ਹੈ, ਮਤਲਬ ਇੱਕ ਤਰੀਕੇ ਨਾਲ ਤਾਂ ਮੁਨਕਰ ਹੀ ਹੋ ਰਿਹਾ ਵੀ ਅਸੀਂ ਨਹੀਂ MSP ਦੇਵਾਂਗੇ, ਜਾਂ ਫਿਲਹਾਲ ਦੇ ਰਹੇ ਆ ਕਿਉਂਕਿ ਧਰਨੇ ਚੱਲੀ ਜਾਂਦੇ ਆ। ਜੇਕਰ ਉਹ ਤਾਂ ਦੋ ਫਸਲਾਂ ਤੇ ਦੇਣ ਨੂੰ ਤਿਆਰ ਨਹੀਂ ਹੈ, ਜੇਕਰ 23 ਫਸਲਾਂ ਜਿਨ੍ਹਾਂ ਦੇ ਉੱਤੇ ਉਹ ਅਨਾਉਂਸ ਕਰਦੀ ਆ ਪਰ ਦਿੰਦੀ ਨਹੀਂ ਹੈ ਸਰਕਾਰੀ ਰੇਟ, ਕਿਉਂਕਿ ਸਰਕਾਰੀ ਮੰਡੀਆਂ ਨਹੀਂ ਹੈ। ਹੁਣ ਪ੍ਰਾਈਵੇਟ ਮੰਡੀਆਂ ਜਦੋਂ ਇਹਨਾਂ 'ਚ ਵੀ ਹੋ ਗਈਆਂ, ਇੱਥੋਂ ਵੀ ਖਤਮ ਹੋ ਜੂ ਜਿਹੜੀ MSP, ਤਾਂ ਇਹ ਤਾਂ ਮਤਲਬ ਆਪਾਂ ਨਾ ਹੀ ਸਮਝੀਏ ਸਰਕਾਰ ਵੱਲੋਂ ਵੀ ਸਾਰੀਆਂ ਫਸਲਾਂ ਤੇ ਤਾਂ ਨਹੀਂ ਉਹ ਦਿੰਦੀ, ਤਾਂ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਕੋਈ ਹੋਰ ਹੱਥਕੰਡਾ ਅਪਣਾਉਣਾ ਪਊ ਆਪਾਂ ਨੂੰ। MSP ਤਾਂ ਇਹਦਾ ਪੱਕਾ ਇਲਾਜ ਹੈ ਨਹੀਂ ਜੀ, MSP ਮਿਲ ਜੂਗੀ। ਤੇ ਜੇਕਰ ਜਿੱਦਾਂ ਸਰਕਾਰ ਕਹਿੰਦੀ ਹੈ ਵੀ ਇੱਧਰ ਆਉਣਾ ਜ਼ਰੂਰੀ ਹੈ ਸਹਾਇਕ ਧੰਦਿਆਂ ਵੱਲ, ਹਾਂਜੀ, ਜਿਹੜਾ ਸ਼ਾਇਦ ਪਾਲਕ ਹੈ ਜਿਹੜੇ ਜਿੰਨੇ ਵੀ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਹੁਣ ਸ਼ਾਇਦ ਪਾਲਕ ਜਿਹੜੇ ਆ ਉਹ ਖੁਸ਼ ਹੈ, ਜਾਂ ਇਹਨਾਂ ਨੂੰ ਵੀ ਸਰਕਾਰ ਕੋਈ ਸਹੂਲਤਾਂ ਦੇ ਰਹੀ ਹੈ ਜਾਂ ਨਹੀਂ ਦੇ ਰਹੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰਕਾਰ ਵੱਲੋਂ ਸਹੂਲਤਾਂ ਤਾਂ ਸਰਬਜੀਤ ਜੀ ਕਾਫੀ ਆਉਂਦੀਆਂ ਨੇ, ਪਰ ਬਹੁਤਾ ਕਰਕੇ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਕਾਗਜ਼ਾਂ ਦੇ ਵਿੱਚ ਰਹਿ ਜਾਂਦੀਆਂ, ਗਰਾਊਂਡ ਲੈਵਲ ਤੱਕ ਨਹੀਂ ਪਹੁੰਚਦੀਆਂ। ਅੱਛਾ, ਜਿਹੜੇ ਕੁਝ ਨਾਮਵਰ ਬੰਦੇ ਹੁੰਦੇ ਆ ਉਹਨਾਂ ਨੂੰ ਮਿਲ ਜਾਂਦੀਆਂ, ਜਾਂ ਜਿਹੜੇ ਕੋਈ ਸਿਫਾਰਸ਼ੀ ਵਗੈਰਾ ਹੁੰਦੇ ਜ਼ਿਆਦਾਤਰ, ਮੈਂ ਸਾਰੀ ਦੀ ਨਹੀਂ ਗੱਲ ਕਰਦਾ, ਜ਼ਿਆਦਾਤਰ ਉਹਨਾਂ ਨੂੰ ਮਿਲ ਜਾਂਦੀਆਂ। ਗਰਾਊਂਡ ਲੈਵਲ 'ਤੇ ਜਿੱਥੇ ਤੱਕ ਪਹੁੰਚਣੀਆਂ ਚਾਹੀਦੀਆਂ ਕਈ ਵਾਰੀ ਨਹੀਂ ਪਹੁੰਚ ਪਾਈਦੀਆਂ। ਉਹ ਸਹੂਲਤਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਵੀ ਉਹਦੇ 'ਚ ਬਾਹਲੀਆਂ ਫਾਰਮੈਲਿਟੀਆਂ ਨਾ ਕਰਨੀਆਂ ਪੈਣ, ਕਿਉਂਕਿ ਜਿਹੜਾ ਕੋਈ ਮੰਨ ਲਓ ਸਹਾਇਕ ਕਿੱਤਾ ਕਰਦਾ, ਚਾਹੇ ਸ਼ਹਿਦ ਮੱਖੀ ਪਾਲਣ ਦੀ ਗੱਲ ਕਰਾਂ, ਜ਼ਿਆਦਾਤਰ ਇਹ 'ਚ ਬੇਜ਼ਮੀਨੇ ਜਿਹੜੇ ਹੈਗੇ ਆ ਜਾਂ ਘੱਟ ਸੋਰਸ ਜਾਂ ਘੱਟ ਇਨਕਮ ਵਾਲੇ ਬੰਦੇ ਹੁੰਦੇ ਆ, ਉਹਨਾਂ ਦੇ ਵਿੱਚ ਇੰਨੀ ਅਪਰੋਚ ਨਹੀਂ ਹੁੰਦੀ ਵੀ ਬੈਂਕਾਂ ਦੀਆਂ ਫਾਰਮੈਲਿਟੀਆਂ ਪੂਰੀਆਂ ਕਰ ਲੈਣ ਜਾਂ ਸਰਕਾਰੀ ਸਕੀਮਾਂ ਨੂੰ ਹੂ ਉਹ ਲਾਗੂ ਆਪਦੇ ਤੇ ਕਰਵਾ ਲੈਣ। ਵੀ ਉਹਨਾਂ 'ਚ ਇੰਨਾ ਲਚਕੀਲਾਪਣ ਹੋਣਾ ਚਾਹੀਦਾ ਵੀ ਆਸਾਨੀ ਦੇ ਨਾਲ ਜਿਹੜੇ ਹੈਗੇ ਲੋਕ ਉਹਨਾਂ ਨੂੰ ਅਪਣਾ ਲੈਣ ਜਾਂ ਲੈ ਲੈਣ, ਉਹਨਾਂ ਤੱਕ ਪਹੁੰਚ ਜਾਣ, ਫੇਰ ਫਾਇਦਾ ਵਾ ਇਹਦਾ। ਤੇ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਵੀ ਇਹਦੇ 'ਚ ਪਹਿਲਾਂ ਨਾਲੋਂ ਕੋਈ ਲਾਭ ਪ੍ਰਾਪਤ ਹੋਇਆ ਜਾਂ ਨਹੀਂ, ਇਹਦੇ 'ਚ ਲਾਭ ਪ੍ਰਾਪਤ ਇਸ ਗੱਲ ਤੇ ਡਿਪੈਂਡ ਕਰਦਾ ਵੀ ਸ਼ਹਿਦ ਦੇ ਜਿਹੜੇ ਥੋਕ ਦੇ ਰੇਟ ਆ ਉਹ ਕਿੱਥੇ ਜਾ ਕੇ ਖੜਦੇ ਨੇ। ਪਿਛਲੇ 2-3 ਸਾਲ ਅਡਲਟ੍ਰੇਸ਼ਨ ਕਰਕੇ ਸ਼ਹਿਦ ਦੇ ਰੇਟ ਬਹੁਤ ਥੱਲੇ ਡਿੱਗੇ ਰਹੇ ਨੇ, ਜਿਹੜੇ ਕਿ ਇਸ ਸਾਲ ਕੁਝ ਕੁ ਠੀਕ ਹੋ ਗਏ, ਕਿਉਂਕਿ ਪਿਛਲੇ ਸਾਲ ਸਰਕਾਰ ਨੇ 1-2 ਨਿਯਮ ਇਹੋ ਜਿਹੇ ਬਣਾਏ ਆ। ਇੱਕ ਤਾਂ ਇਹ ਬਣਾਇਆ ਸੀ ਵੀ ਜਿਹੜਾ ਸ਼ਹਿਦ ਅਮਰੀਕਾ ਨੂੰ ਐਕਸਪੋਰਟ ਹੋਣਾ USA ਨੂੰ, ਉਹਦੇ ਤੇ NMR ਟੈਸਟ ਕੰਪਲਸਰੀ ਕਰਤਾ, ਨਿਊਕਲੀਅਰ ਮੈਗਨੈਟਿਕ ਟੈਸਟ ਆ, ਡਾਟਾਬੇਸ ਟੈਸਟ ਆ, ਵੀ ਉਹ ਲਾਗੂ ਉਹਦੇ ਤੇ ਹੋਊਗਾ, ਉਸ ਤੋਂ ਬਿਨਾ ਸ਼ਹਿਦ ਨਹੀਂ ਜਾਊਗਾ, ਇਹਦਾ ਮਤਲਬ ਪਿਓਰ ਸ਼ਹਿਦ ਜਾਊਗਾ ਉੱਥੇ। ਬਿਲਕੁਲ, ਉਹਦੇ ਕਰਕੇ ਇਸ ਵਾਰ ਰੇਟ ਵਧੇ ਆ। ਜੇ ਸਰਕਾਰ NMR ਟੈਸਟ ਨੂੰ ਸਾਡੀ ਡੋਮੈਸਟਿਕ ਮਾਰਕੀਟ ਦੇ ਵਿੱਚ ਵੀ ਲਾਗੂ ਕਰ ਦੇਵੇ ਵੀ ਜਿਹਨੇ ਵੀ ਸ਼ਹਿਦ ਪੈਕ ਕਰਕੇ ਵੇਚਣਾ ਉਹਦੇ ਤੇ NMR ਟੈਸਟ ਜਾਂ ਜਿਹੜੇ ਵੀ ਐਡਵਾਂਸ ਟੈਸਟ ਹੈਗੇ ਲਾਗੂ ਹੋਣਗੇ, ਤਾਂ ਇਹ ਧੰਦਾ ਹੋਰ ਵੀ ਅੱਗੇ ਜਾ ਸਕਦਾ। ਪਿਛਲੇ ਸਾਲ ਨਾਲੋਂ ਕੁਛ ਕੁ ਰਾਹਤ ਆ, ਉਮੀਦ ਕਰਦੇ ਹਾਂ ਵੀ ਆਉਂਦੇ ਸਾਲਾਂ ਦੇ ਵਿੱਚ ਇਸ ਤਰੀਕੇ ਨਾਲ ਰਾਹਤ ਜੇ ਅੱਗੇ ਜਾਰੀ ਰਹੇ ਤਾਂ ਇਹ ਰੇਟ ਜਿਹੜੇ ਹੈਗੇ ਵਧੀਆ ਮਿਲ ਸਕਦੇ ਆ, ਤੇ ਇਹ ਧੰਦਾ ਜਿਹੜਾ ਹੈਗਾ ਵਧੀਆ ਵੱਧ। ਤੁਸੀਂ ਕੀ ਸਮਝਦੇ ਹੋ ਵੀ ਆਪਾਂ, ਇਹ ਬੜੀ ਕਮਾਲ ਦੀ ਗੱਲ ਹੈ, ਬਾਹਰਲੇ ਮੁਲਕਾਂ ਨੂੰ ਤਾਂ ਆਪਾਂ ਸ਼ੁੱਧ ਚੀਜ਼ ਖਵਾ ਰਹੇ ਹਾਂ, ਆਪਣੇ ਮੁਲਕ ਨੂੰ ਕਿਉਂ ਨਹੀਂ ਖਵਾ ਰਹੇ? ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਲੱਗਦੀ ਹੈ ਜਾਂ ਕੋਈ ਹੋਰ ਕੰਪਨੀ ਆਪ ਦਾ ਬਣਾ ਵੇਚੀ ਜਾਂਦੀ ਹੈ? ਬਿਲਕੁਲ ਜੀ, ਤੁਹਾਡਾ ਬਹੁਤ ਵਾਜਬ ਇਹ ਸਵਾਲ ਆ, ਕਿਉਂਕਿ ਜਿਹੜੇ ਸਾਡੇ FSSAI ਦੇ ਨਿਯਮ ਆ, ਸਾਡਾ ਜਿਹੜਾ ਸ਼ੁੱਧ ਸ਼ਹਿਦ ਹੁੰਦਾ ਨਾ, 1 ਗ੍ਰਾਮ ਸ਼ਹਿਦ ਦੇ ਵਿੱਚ 40,000 ਤੋਂ ਲੈ ਕੇ 50,000 ਪੋਲਣ ਦੀਆਂ ਵਾਲ ਹੁੰਦੀਆਂ। ਅੱਛਾ, ਪੋਲਣ ਦੇ ਕਣ ਹੁੰਦੇ ਬਹੁਤ ਬਰੀਕ। ਸਾਡੇ ਉਹ ਟੈਸਟ ਦੇ ਵਿੱਚ ਪਹਿਲਾਂ ਇਹਨਾਂ ਨੇ 25,000 ਕਰਤੇ FSSAI ਨੇ, ਜਿਹੜੇ ਕਿ ਇਸ ਟਾਈਮ ਘਟਾ ਕੇ 5,000 ਕਰ ਦਿੱਤੇ ਗਏ ਆ। ਕਹਿਣ ਦਾ ਮਤਲਬ ਕਿ ਜੇ ਤੁਸੀਂ 900 ਗ੍ਰਾਮ ਸਿਰਪ ਦੇ ਵਿੱਚ 100 ਗ੍ਰਾਮ ਸ਼ਹਿਦ ਪਾ ਲਓਗੇ ਤਦ ਵੀ ਤੁਹਾਡਾ ਜਿਹੜਾ ਹੈਗਾ FSSAI ਨੂੰ ਪਾਸ ਕਰਨ ਦੇ ਉਹ ਟੈਸਟ ਪਾਸ ਹੋ ਜਾਊਗਾ। ਇਹੋ ਜਿਹੇ ਸਾਡੇ ਸਟੈਂਡਰਡ ਬਣੇ ਹੋਏ ਆ। ਜੇ ਹੁਣ ਸਰਕਾਰ FSSAI NMR ਨੂੰ ਇੱਥੇ ਲਾਗੂ ਕਰ ਦੇਵੇ, ਕੰਪਲਸਰੀ ਕਰ ਦੇਵੇ, SMR TMR ਵਰਗੇ ਟੈਸਟ ਜ਼ਰੂਰੀ ਕਰ ਦੇਵੇ, ਪੋਲਣ ਕਾਊਂਟ ਨੂੰ ਸਹੀ ਕਰ ਦੇਵੇ, ਵਧਾ ਕੇ 40,000 ਤੇ 50,000 ਤੇ ਕਰ ਦੇਵੇ, ਤਾਂ ਇੱਥੇ ਜਿਹੜਾ ਹੈਗਾ ਸਾਡੇ ਲੋਕਾਂ ਨੂੰ, ਸਾਡੇ ਲੋਕ ਪੈਸੇ ਤਾਂ ਪੂਰੇ ਦੇ ਰਹੇ ਆ, ਵਧੀਆ ਚੀਜ਼ ਦੇ ਰਹੇ ਆ ਨਾ, 300-400 ਰੁਪਈਆ ਸ਼ੁੱਧ ਸ਼ਹਿਦ ਦਾ ਦੇ ਰਹੇ ਆ, ਅਡਲਟ੍ਰੇਸ਼ਨ ਦਾ ਤਾਂ ਨਹੀਂ ਦੇ ਰਹੇ। ਇਸ ਕਰਕੇ ਜੇ ਬਾਹਰ ਨੂੰ ਜਾਣ ਵਾਸਤੇ ਜ਼ਰੂਰੀ ਆ
ਤਾਂ ਇੱਥੇ ਵੀ ਉਹ ਜ਼ਰੂਰੀ ਹੋਣਾ ਚਾਹੀਦਾ। ਪਰ ਇੱਥੇ ਕੰਪਨੀਆਂ ਥੋੜੀ ਜਿਹੀ ਚਲਾਕੀ ਕਰ ਜਾਂਦੀਆਂ, ਉਹ ਕਹਿੰਦੀਆਂ ਵੀ ਜਿਹੜਾ NMR ਟੈਸਟ ਆ ਉਹ ਜਰਮਨੀ ਦੀ ਕੰਪਨੀ ਦਾ ਟੈਸਟ ਆ, ਉਹ ਡਾਟਾਬੇਸ ਹੈਗਾ ਵਾ ਵੀ, ਇਸ ਕਰਕੇ ਉਹ ਇੱਥੇ ਲਾਗੂ ਨਹੀਂ ਹੋਣਾ ਚਾਹੀਦਾ। ਅਸੀਂ ਇਹ ਕਹਿੰਦੇ ਆ ਵੀ ਤੁਸੀਂ ਆਪਦਾ ਇੱਥੇ ਡਾਟਾ ਬਣਾ ਲਓ, ਇੱਥੇ ਲਾਗੂ ਕਰ ਲਓ। ਬਿਲਕੁਲ ਵੀ ਸਾਡੇ ਸ਼ਹਿਦ, ਸਾਡੇ ਰੀਜਨ ਦਾ ਜਿਹੜਾ ਸ਼ਹਿਦ ਹੈਗਾ ਵਾ ਉਹਨੂੰ ਟੈਸਟ ਕਰੋ, ਉਹਦੇ ਸਟੈਂਡਰਡ ਜਿਹੜੇ ਹੈਗੇ ਆ ਉਹਦੇ ਮੁਤਾਬਕ ਤੁਸੀਂ ਇਥੋਂ ਦੇ ਮਾਪਦੰਡ ਬਣਾ ਲਓ। ਪਰ ਉਹ ਇੱਕੋ ਤਰ੍ਹਾਂ ਦੇ ਲਾਗੂ ਨਹੀਂ ਹੋ ਸਕਦੇ। ਸ਼ਹਿਦ ਦੇ ਵਿੱਚ ਸ਼ਹਿਦ ਤੋਂ ਸ਼ਹਿਦ ਦਾ ਬਹੁਤ ਫਰਕ ਪੈ ਜਾਂਦਾ। ਸਰੋਂ ਦਾ ਸ਼ਹਿਦ ਹੋਰ ਵੈਰਾਈਟੀ ਆ, ਅਜਮੈਨ ਦਾ ਸ਼ਹਿਦ ਹੋਰ ਚੀਜ਼ ਆ, ਕੇਸੀਆ ਹੋਰ ਆ, ਟਾਲੀ ਦਾ ਹੋਰ ਆ। ਇਹ ਇਸ ਤਰ੍ਹਾਂ ਦੇ ਜਿਹੜੇ ਸਟੈਂਡਰਡ ਆ, ਉਸੇ ਤਰ੍ਹਾਂ ਦਾ ਜਿਹੜਾ ਹੈਗਾ ਡਾਟਾ ਬਣੇ ਵੀ ਜਿਹਦੇ 'ਚ ਸਰੋਂ ਵਾਲਾ ਹੈਗਾ ਵਾ ਸਰੋਂ ਵਾਲੇ ਦੇ ਵਿੱਚ ਜਾਵੇ। ਆਪਣੇ ਇਹਨਾਂ ਨੇ ਇੱਕੋ ਹੀ ਡਾਟਾ ਬਣਾਇਆ ਹੋਇਆ ਵਾ ਵੀ ਇਹਦੇ ਤੇ ਸਾਰੇ ਸ਼ਹਿਦ ਖਰੇ ਨਹੀਂ ਉਤਰ ਸਕਦੇ। ਇਹ ਪ੍ਰੋਬਲਮ ਹੈਗੀਆਂ, ਇਹ ਇਹਨਾਂ ਸੁਧਾਰ ਕਰਨਾ ਚਾਹੀਦਾ ਇਹ FSSAI ਨੂੰ, ਫਿਰ ਇੱਧਰ ਇੰਡੀਆ ਦੇ ਵਿੱਚ ਵੀ ਲਾਗੂ ਕਰ ਦੇਣ ਤਾਂ ਬਹੁਤ ਵਧੀਆ ਗੱਲ ਹੈ। ਬਿਲਕੁਲ, ਤੁਸੀਂ ਜਿਹੜੀ ਆ ਸਟੈਂਡਰਡ ਦੀ ਗੱਲ ਕੀਤੀ, ਜਿਹੜਾ ਸਟੈਂਡਰਡ ਨਿਰਧਾਰਿਤ ਕੀਤਾ ਜਾਂਦਾ ਉਹ ਕਿਸੇ ਹੋਰ ਦੇਸ਼ ਨੇ ਨਿਰਧਾਰਿਤ ਕਰਤਾ, ਆਪਾਂ ਉਹਦੇ ਬਰਾਬਰ ਚੱਲਦੇ ਹਾਂ। ਤੁਸੀਂ ਇਹ ਵੀ ਤੁਹਾਨੂੰ ਲੱਗਦਾ ਵੀ ਜਿਹੜਾ ਆਪਣਾ ਸ਼ਹਿਦ ਹੈ ਤੇ ਕਿਸੇ ਹੋਰ ਕੰਟਰੀ ਦਾ ਸ਼ਹਿਦ ਹੈ, ਉਹਦੇ 'ਚ ਤੱਤਾਂ ਦੇ ਹਿਸਾਬ ਨਾਲ ਜਾਂ ਗੁਣਵੱਤਾ ਜਿਹੜੀ ਹੁੰਦੀ ਉਹਦੇ ਹਿਸਾਬ ਨਾਲ ਫਰਕ ਵੀ ਹੈਗਾ ਕੋਈ, ਵੀ ਜੇ ਆਪਾਂ ਆਪਦਾ ਸਟੈਂਡਰਡ ਤੈਅ ਕਰੀਏ ਤੇ ਉਹਨਾਂ ਦੇ ਸਟੈਂਡਰਡ ਨਾਲੋਂ ਆਪਾਂ ਤਾਂ ਜਾਵਾਂਗੇ ਕਿ ਥੱਲੇ ਜਾਵਾਂਗੇ? ਜੇ ਆਪਾਂ ਵਧੀਆ ਜਿਵੇਂ ਵਿਗਿਆਨਕ ਢੰਗ ਤਰੀਕਾ ਉਸੋਪਰਾਂ ਦੇ ਵਿੱਚੋਂ ਸ਼ਹਿਦ ਕੱਢ ਗਏ, ਪੱਕਿਆ ਹੋਇਆ ਸ਼ਹਿਦ ਕੱਢ ਗਏ, ਠੀਕ ਹੈ, ਤਾਂ ਮੈਨੂੰ ਨਹੀਂ ਲੱਗਦਾ ਸਾਡਾ ਸ਼ਹਿਦ ਉਹਨਾਂ ਨਾਲੋਂ ਘਟੀਆ ਹੋਊਗਾ। ਕੁਝ ਕੁ ਫਲੋਰਿਆਂ ਦਾ ਤਾਂ ਉਹਨਾਂ ਤੋਂ ਉੱਪਰ ਚਲਾ ਜਾਊਗਾ। ਹਾਂ ਬਿਲਕੁਲ, ਬਲਕਿ ਇੰਟਰਨੈਸ਼ਨਲ ਮੰਡੀ ਦੇ ਵਿੱਚ ਆਪਣਾ ਸ਼ਹਿਦ ਜਿਹੜਾ ਉਹ ਵਧੀਆ ਕੁਆਲਿਟੀ ਤੇ ਜਾਊਗਾ। ਬਿਲਕੁਲ ਬਿਲਕੁਲ, ਆਪਣੇ ਇੰਡੀਆ ਦੇ 1-2 ਬੀਕੀਪਰ ਹੈਗੇ ਆ ਜਿਨ੍ਹਾਂ ਦੇ ਸ਼ਹਿਦ ਨੇ ਇੰਟਰਨੈਸ਼ਨਲ ਅਵਾਰਡ ਵੀ ਹਾਸਲ ਕੀਤੇ ਆ। ਜ਼ਰੂਰਤ ਆ ਵੀ ਆਪਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੀਏ ਜਿਨ੍ਹਾਂ ਚੀਜ਼ਾਂ ਕਰਕੇ ਉਹਦਾ ਜਿਹੜਾ ਹੈਗਾ ਕੁਆਲਿਟੀ ਸੁਧਰਨੀ ਆ। ਜਿਵੇਂ ਹੁਣ ਮੰਨ ਲਓ ਫੂਡ ਗ੍ਰੇਡ ਪਲਾਸਟਿਕ ਦੀਆਂ ਬਾਲਟੀਆਂ, ਸ਼ਹਿਦ ਕੱਢਣ ਵਾਲੀਆਂ ਸਟੀਲ ਦੀਆਂ ਮਸ਼ੀਨਾਂ, ਹੁਣ ਸਰਕਾਰ ਸਬਸਿਡੀਆਂ ਤਾਂ ਬਹੁਤ ਦੇ ਰਹੀ ਹੈ। ਜੇ ਉਹਨਾਂ ਦੇ ਵਿੱਚ ਸਬਸਿਡੀਆਂ ਦੇ ਵਿੱਚ ਵੱਡੇ ਵੱਡੇ ਪੈਕੇਜ ਵੀ ਹੈਗੇ, 75 ਲੱਖ ਦੇ ਵੀ ਹੈਗੇ ਆ, 30-30 ਲੱਖ ਦੇ ਇੱਕ ਬੀਕੀਪਰ ਨੂੰ। ਮੈਂ ਅੱਗੇ ਵੀ ਕਈ ਵਾਰੀ ਮੀਟਿੰਗਾਂ ਦੇ ਵਿੱਚ ਕਹਿਣਾ ਹੁੰਦਾ ਵੀ ਤੁਸੀਂ ਇੱਕ ਬੰਦੇ ਨੂੰ 30 ਜਾਂ 50 ਲੱਖ ਦੇਣ ਦੀ ਬਜਾਏ ਤੁਸੀਂ 15 ਬੀਕੀਪਰਾਂ ਨੂੰ ਜਾਂ 30 ਨੂੰ 1-1 ਲੱਖ ਦੇ ਦਿਓ, ਜਿਹਦੇ 'ਚ ਸਟੇਨਲੈਸ ਫੂਡ ਗ੍ਰੇਡ ਜਿਹੜੀ ਹੈਗੀ ਸਟੀਲ ਦੀ ਮਸ਼ੀਨ ਹੋਵੇ, ਉਹਦੇ ਨਾਲ ਉਹਦੀ ਟਰੇ ਹੋਵੇ ਤੇ 100 ਬਾਲਟੀ ਹੋਵੇ, ਠੀਕ ਆ, ਤਾਂ ਜੋ ਉਹਦਾ ਜਿਹੜਾ ਹੈਗਾ ਸ਼ਾਇਦ ਵਧੀਆ ਨਿਕਲੇ। ਨਾਲ ਉਹਨੂੰ ਪੋਲਨ ਟਰੈਪ ਦੇ ਦਿਓ, ਉਹਦੀ ਆਮਦਨ ਵੀ ਵਧੂਗੀ, ਕੁਆਲਿਟੀ ਵੀ ਸ਼ਾਇਦ ਦੀ ਵਧੂਗੀ। ਅਸੀਂ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਹੈਗੇ ਆ ਹੋ ਸਕਦਾ ਉਹਨਾਂ ਨੂੰ ਬੀਟ ਕਰ ਜਾਈਏ। ਬਿਲਕੁਲ। ਤੇ ਜਿਹੜੇ ਬੀਕੀਪਿੰਗ ਕਰ ਰਹੇ ਆ ਪਹਿਲਾਂ, ਉਹਨਾਂ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਜੇ ਸਰਕਾਰ ਕੋਸ਼ਿਸ਼ ਕਰੇ, ਜ਼ੋਰ ਦੇਵੇ, ਕਿਉਂਕਿ ਸਬਸਿਡੀਆਂ ਜਿਹੜੀਆਂ ਹੈਗੀਆਂ ਆਮ ਤੌਰ ਤੇ ਉਹ ਨਵੇਂ ਬੀਕੀਪਰਾਂ ਵਾਸਤੇ ਆਉਂਦੀਆਂ, ਧੰਦੇ ਨੂੰ ਵਧਾਉਣ ਵਾਸਤੇ। ਉਹ ਬਹੁਤਾ ਕਰਕੇ ਕਾਗਜ਼ਾਂ ਦੇ ਵਿੱਚ ਰਹਿ ਜਾਂਦੀਆਂ। ਜੇ ਤੁਸੀਂ 50 ਬੰਦਿਆਂ ਨੂੰ ਟ੍ਰੇਨਿੰਗ ਦਿੱਤੀ, ਉਹ 'ਚ 5 ਸ਼ੁਰੂ ਕਰਦੇ ਆ, 45 ਸਬਸਿਡੀਆਂ ਲੈ ਕੇ ਗੱਲ ਖਤਮ ਹੋ ਜਾਂਦੀ ਹੈ। ਵੀ ਜਿਹੜੇ ਪਹਿਲਾਂ ਕਰ ਰਹੇ ਆ, ਜੇ ਤੁਸੀਂ ਉਹਨਾਂ ਨੂੰ ਮਾਈਗ੍ਰੇਸ਼ਨ ਦਾ ਖਰਚਾ ਦੇ ਦਿਓ, ਉਹਨਾਂ ਦੀ ਜਿਹੜੀ ਡੱਬਿਆਂ ਦੀ ਇੰਸ਼ੋਰੈਂਸ ਕਰ ਦਿਓ, ਕਿਉਂਕਿ ਫਲੱਡਾਂ ਦੇ ਵਿੱਚ ਰੁੜ ਗਏ, ਅੱਗ ਦੇ ਵਿੱਚ ਡੁੱਬ ਗਏ, ਐਕਸੀਡੈਂਟਾਂ 'ਚ ਮਰ ਗਏ, ਉਹਨਾਂ ਦੀ ਚੋਰੀ ਹੋ ਗਈ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ, ਉਹ ਬੰਦੇ ਥੱਲੇ ਚਲੇ ਜਾਂਦੇ ਆ। ਨਵਿਆਂ ਨੂੰ ਤੁਸੀਂ ਸਬਸਿਡੀਆਂ ਦੇ ਰਹੇ ਹੋ, ਪੁਰਾਣਿਆਂ ਨੂੰ ਬਚਾ ਲਓ। ਹੁਣ ਕੀਟਨਾਸ਼ਕ ਜ਼ਹਿਰਾਂ ਕਰਕੇ ਬਹੁਤ ਨੁਕਸਾਨ ਹੋ ਰਿਹਾ। ਹੁਣ ਲਾਰਵਾ ਸੜ ਰਿਹਾ ਵਾ ਬਕਸਿਆਂ ਦੇ ਵਿੱਚ, ਉਹਦੀ ਸਾਡੇ ਇੱਥੇ ਕੋਈ ਸਿਫਾਰਸ਼ੁਦਾ ਦਵਾਈ ਹੈ ਨਹੀਂ ਗੀ। ਉਹ ਵੀ ਕੋਈ ਸਿਫਾਰਸ਼ੁਦਾ ਦਵਾਈ ਹੋਵੇ, ਸਾਡੇ ਇੱਥੇ ਰਿਸਰਚ ਹੋਵੇ, ਪਤਾ ਲੱਗੇ ਵੀ ਆਹ ਦਵਾਈ ਦੇ ਨਾਲ ਬਿਮਾਰੀ ਕੰਟਰੋਲ ਹੁੰਦੀ ਆ। ਅੱਛਾ, ਜਿਹੜਾ ਮਤਲਬ ਕੀਟਨਾਸ਼ਕ ਉਹਦੇ ਉੱਤੇ ਫਸਲਾਂ ਤੇ ਛਿੜਕੇ ਜਾਂਦੇ ਆ, ਹਾਂਜੀ, ਉਹਨਾਂ ਦਾ ਆਪਣਾ ਇੱਧਰ ਉਹਦਾ ਵੀ ਪ੍ਰਭਾਵ ਆਉਂਦਾ ਵਾ। ਮੱਖੀ ਉਹਦੇ ਨਾਲ ਰੀਂਗ ਕੇ ਮਰਦੀ ਆ, ਡੱਬੇ ਖਤਮ ਹੋ ਜਾਂਦੇ ਆ, ਡੱਬਿਆਂ ਦੇ ਵਿੱਚ ਮੱਖੀ ਮਰ ਜਾਂਦੀ ਆ। ਹੁਣ ਕੋਟੇ ਸਾਈਡ ਮੱਖੀ ਲੱਗੀ ਸੀ ਜਾਂ ਪੰਜਾਬ ਦੇ ਵਿੱਚ ਲੱਗੀ ਸੀ, ਡੱਬਿਆਂ ਦੇ ਡੱਬੇ ਖਾਲੀ ਹੋ ਗਏ ਲੋਕਾਂ ਦੇ ਸਪਰੇਅ ਦੇ ਕਰਕੇ। ਕਿਉਂਕਿ ਉਹਦਾ ਵੀ ਕੋਈ ਕੀਟਨਾਸ਼ਕ ਜ਼ਹਿਰਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਜਿਵੇਂ ਉਹ ਡੀਲਰ ਕਹਿ ਜਾਂਦਾ 2-2 ਸਪਰੇਆਂ 3-3 ਰਲਾ ਕੇ ਅੰਨ੍ਹੇਵਾਹ ਕਰੀ ਜਾਂਦੇ ਆ। ਕੋਈ ਟਾਈਮ ਦਾ ਪਤਾ ਨਹੀਂ, ਸੁਬਾਹ ਕਰਨੀ ਆ, ਸ਼ਾਮ ਨੂੰ ਕਰਨੀ ਆ। ਉਹਨਾਂ ਨੂੰ ਮੱਖੀ ਪਾਲਣ ਦੀ ਮਹੱਤਤਾ ਦਾ ਨਹੀਂ ਪਤਾ। ਜਿੰਨਾ ਮੱਖੀ ਪਾਲਕ ਨੂੰ ਮੱਖੀ ਫਾਇਦਾ ਦਿੰਦੀ ਆ ਸ਼ਹਿਦ ਦੇ ਥਰੂ ਜਾਂ ਪੋਲਣ ਦੇ ਥਰੂ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਤਾਂ ਫਸਲਾਂ ਦਾ ਝਾੜ ਵਧਾਉਂਦੀ ਆ। ਉਲਟਾ ਜਿਹੜੇ ਹੈਗੇ ਆ ਉਹ ਕਹਿਣਗੇ ਸਾਡੀਆਂ ਫਸਲਾਂ ਦਾ ਰਸ ਕੱਢ ਲਿਆ। ਉਹਨਾਂ ਦੇ ਵਿੱਚ ਅਵੇਅਰਨੈਸ ਦੇਣੀ ਸਾਡਾ ਕੰਮ ਨਹੀਂ ਨਾ ਹੈ, ਉਹ ਤਾਂ ਸਰਕਾਰਾਂ ਦਾ ਕੰਮ ਆ। ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਇਹਦਾ ਕਿਸਾਨੀ ਨੂੰ ਵੀ ਫਾਇਦਾ ਹੋਊ, ਉਹਨਾਂ ਦੀ ਆਮਦਨ ਵਧੂ। ਸਰਕਾਰ ਹੁਣ ਮਿਸ਼ਨ 2022 ਲਈ ਤਾਂ ਬੈਠੀ ਆ, ਪਰ ਮੈਂ ਇਹ ਗੱਲ ਸ਼ਿਓਰਟੀ ਨਾਲ ਕਹਿ ਸਕਦਾ ਵੀ ਜੇ ਉਹ ਬੀ ਕੀਪਿੰਗ ਨੂੰ ਪ੍ਰਮੋਟ ਨਹੀਂ ਕਰਨਗੇ ਤਾਂ ਮਿਸ਼ਨ ਜਿਹੜਾ ਹੈਗਾ ਉਹਨਾਂ ਦਾ 2022 ਫੇਲ ਹੋ ਜਾਊਗਾ। ਕਿਉਂਕਿ ਜੇ ਤੇਲ ਬੀਜ ਫਸਲਾਂ ਲਵਾਉਣੀਆਂ ਤਾਂ ਉਹਦਾ 25 ਤੋਂ ਲੈ ਕੇ 40% ਤੱਕ ਝਾੜ ਸ਼ਹਿਦ ਦੀਆਂ ਮੱਖੀਆਂ ਨੇ ਵਧਾਉਣਾ। ਆਪਣੇ ਖਾਣ ਪੀਣ ਵਾਲਿਆਂ ਫਲਾਂ ਤੇ ਸਬਜ਼ੀਆਂ ਦੇ ਵਿੱਚੋਂ 40-50% ਪੋਲੀਨੇਸ਼ਨ ਤੇ ਡਿਪੈਂਡ ਆ। ਸੇਬ ਆ, ਬਲੂਬੇਰੀ ਆ, ਇਹੋ ਜਿਹੇ ਫਲ ਆ, ਜੇ ਮੱਖੀ ਨਾ ਹੋਵੇ ਤਾਂ ਆਪਾਂ ਨੂੰ ਜਿਹੜੇ ਹੈਗੇ ਆਪਣੀ ਲਿਸਟ ਦੇ ਵਿੱਚੋਂ ਬਾਹਰ ਹੋ ਜਾਣਗੇ। ਉਹਦੇ ਵਾਸਤੇ ਜ਼ਰੂਰੀ ਆ। ਪਿਛਲੇ ਸਾਲ ਕੋਵਿਡ ਦੇ ਦੌਰਾਨ
ਇਕੱਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਖਬਾਰਾਂ ਦੇ ਵਿੱਚ ਖਬਰ ਸੀ ਵੀ 4500 ਕਰੋੜ ਦਾ ਉਹਨਾਂ ਨੂੰ ਘਾਟਾ ਪੈ ਗਿਆ, ਕਿਉਂਕਿ ਸ਼ਹਿਦ ਦੀਆਂ ਮੱਖੀਆਂ ਬਾਗਾਂ ਦੇ ਵਿੱਚ ਨਹੀਂ ਜਾ ਸਕੀਆਂ, ਮਾਈਗ੍ਰੇਸ਼ਨ ਬੰਦ ਸੀਗੀ ਤੇ ਉਹਨਾਂ ਦਾ ਜਿਹੜਾ ਹੈਗਾ ਫਲ ਨਹੀਂ ਪੂਰਾ ਬਣ ਸਕਿਆ, ਸ਼ਹਿਦ ਨਹੀਂ ਪੂਰਾ ਹੋਇਆ ਉਹਦਾ। ਇਸ ਕਰਕੇ ਇਹਨੂੰ ਪ੍ਰਮੋਟ ਕਰਨਾ ਵੀ ਜ਼ਰੂਰੀ ਆ ਔਰ ਕਿਸਾਨਾਂ ਨੂੰ ਇਹਦੇ ਬਾਰੇ ਅਵੇਅਰ ਕਰਨਾ ਵੀ ਜ਼ਰੂਰੀ ਆ, ਔਰ ਜਿਹੜੇ ਸ਼ਹਿਦ ਮੱਖੀ ਪਾਲਕ ਆ ਉਹਨਾਂ ਨੂੰ ਬਚਾਉਣ ਵਾਸਤੇ ਮਾਈਗ੍ਰੇਸ਼ਨ ਵਾਸਤੇ ਖਰਚੇ, ਉਹਨਾਂ ਦੀ ਇੰਸ਼ੋਰੈਂਸ ਉਹ ਵੀ ਬਹੁਤ ਜ਼ਰੂਰੀ ਆ। ਸਰਕਾਰ ਉਹਨਾਂ ਵੱਲ ਧਿਆਨ ਦੇਵੇ, ਜੰਗਲਾਤ ਦਾ ਏਰੀਆ ਬਹੁਤ ਘਟ ਗਿਆ, ਉਹਦੇ ਵੱਲ ਸਰਕਾਰ ਧਿਆਨ ਦੇਵੇ ਤਾਂ ਇਹ ਧੰਦਾ ਜਿਹੜਾ ਹੈਗਾ ਬਹੁਤ ਫੁੱਲ ਸਕਦਾ, ਨਾਲ ਇਹਦੇ ਨਾਲ ਕਿਸਾਨੀ ਦੀ ਆਮਦਨ ਵੀ ਵਧੂਗੀ। ਬਿਲਕੁਲ ਬਿਲਕੁਲ। ਤੁਸੀਂ ਜਿਹੜੀ ਮੈਨੂੰ ਇਹ ਗੱਲ ਦੱਸੀ ਕਿ ਇਹ ਤਾਂ ਵਾਕਈ ਸਾਰੇ ਧੰਦੇ ਜਿਹੜੇ ਆ ਇਹ ਕੁਦਰਤ ਇੱਕ ਦੂਜੇ ਨਾਲ ਜੁੜੀ ਹੋਈ ਹੈ ਹਨਾ, ਫੇਰ ਹੀ ਜੇ ਆਪਾਂ ਇੱਕ ਦੂਜੇ ਦੀ ਪੂਰਕ ਆ, ਇਹ ਆਪਣੇ ਆਪ ਹੀ ਆਪਦੇ ਕੰਮ ਕਰੀ ਜਾਂਦੀ ਰਹਿੰਦੀ ਹੈ, ਬੰਦੇ ਨੂੰ ਖਾਸ ਕਰਨ ਦੀ ਲੋੜ ਨਹੀਂ ਪੈਂਦੀ, ਜਿਵੇਂ ਕਿ ਤੁਸੀਂ ਹੁਣ ਗੱਲ ਦੱਸੀ ਹੈ। ਆਪਾਂ ਜੇਕਰ ਉਹਦੇ ਆਈਏ ਜਿਹੜੇ ਆਪਾਂ ਤੁਸੀਂ FSSAI ਦੀ ਗੱਲ ਵੀ ਕਰਦੇ ਹੋ, ਆਪਣੇ ਜਿਹੜੇ ਵਿਗਿਆਨੀ ਆ, ਤੁਸੀਂ ਕਿਤੇ ਗੱਲ ਕੀਤੀ ਹੈ ਉਹਨਾਂ ਨਾਲ ਵੀ ਕਿਉਂ ਨਹੀਂ ਮਾਪਦੰਡ ਬਣਾਇਆ ਜਾ ਰਿਹਾ? ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਹਨਾਂ ਨਾਲ ਇਹਦੇ 'ਚ ਦੋਵਾਂ ਦਾ ਫਾਇਦਾ ਹੈ, ਇਹਦੇ 'ਚ ਗਾਹਕ ਦਾ ਵੀ ਫਾਇਦਾ ਹੈ, ਚੰਗੀ ਚੀਜ਼ ਮਿਲੂ, ਤੇ ਇਹਦੇ 'ਚ ਤੁਹਾਡੇ ਵਰਗੇ ਉਤਪਾਦਕਾਂ ਦਾ ਵੀ ਫਾਇਦਾ ਹੈ ਵੀ ਉਹਨਾਂ ਨੂੰ ਚੰਗਾ ਰੇਟ ਮਿਲੂ, ਕਿਉਂਕਿ ਹਰੇਕ ਬੰਦਾ ਚੰਗੀ ਚੀਜ਼ ਖਾਣਾ ਚਾਹੁੰਦਾ, ਰੇਟ ਭਾਵੇਂ ਜਿੰਨਾ ਮਰਜ਼ੀ ਹੋਵੇ। ਇਹ ਕਿਉਂ ਨਹੀਂ ਮਾਪਦੰਡ ਬਣਾਇਆ ਜਾ ਰਿਹਾ? ਇਹਦੇ ਪਿੱਛੇ ਕੋਈ ਕਾਰਨ ਲੱਗਦਾ ਤੁਹਾਨੂੰ? ਇਹਦੇ ਪਿੱਛੇ ਸਰਬਜੀਤ ਜੀ ਇੱਕ ਬਹੁਤ ਵੱਡੀ ਲੌਬੀ ਆ ਜਿਹੜੀ ਸ਼ਾਇਦ ਪੈਕਿੰਗ ਕਰਦੀ ਆ, ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਹੈਗੀਆਂ, ਉਹ ਕੀ ਕਰਦੇ ਆ, ਚਾਈਨਾ ਦੇ ਵਿੱਚੋਂ ਸਸਤਾ ਸਿਰਪ ਮਿਲ ਜਾਂਦਾ ਸ਼ਹਿਦ ਦੇ ਰੂਪ ਦੇ ਵਿੱਚ, ਅੱਛਾ, ਆਲ ਪਾਸ ਜਿਹਨੂੰ ਸਿਰਪ ਕਿਹਾ ਜਾਂਦਾ ਵਾ, ਉਹ ਉੱਥੋਂ ਮੰਗਵਾਉਂਦੇ ਆ 60-70 ਰੁਪਏ ਕਿਲੋ। ਅੱਛਾ, ਇਹ ਉਹਨੂੰ ਲਿਆ ਕੇ 90% ਸਿਰਪ 10% ਸ਼ਹਿਦ ਵਿੱਚ ਮਿਕਸ ਕਰਕੇ ਵੇਚਦੇ ਆ। ਉਹਦੇ ਕਰਕੇ ਉਹ ਲੌਬੀ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਆ FSSAI ਦੇ ਉੱਪਰ ਵੀ, ਸਾਰੇ ਅਦਾਰਿਆਂ ਦੇ ਉੱਪਰ ਵੀ, ਕਿਉਂਕਿ ਸਰਕਾਰਾਂ ਨੂੰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਫੰਡ ਦਿੰਦੇ ਆ, ਉਹ ਨਹੀਂ ਚਾਹੁੰਦੇ ਵੀ ਇੱਥੇ ਇਸ ਤਰ੍ਹਾਂ ਦੇ ਸਟੈਂਡਰਡ ਜਿਹੜੇ ਹੈਗੇ ਲਾਗੂ ਹੋਣ, ਕਿਉਂਕਿ ਜੇ ਉਹ ਸ਼ਹਿਦ ਵਾਲੇ ਪਾਸੇ ਨੂੰ ਚੱਲਣਗੇ ਤਾਂ ਸ਼ਹਿਦ ਤਾਂ ਇਕੱਲੇ ਡੱਬਿਆਂ ਦੇ ਵਿੱਚ ਪਲ ਸਕਦਾ, ਕੰਪਨੀਆਂ 'ਚ ਬਣ ਨਹੀਂ ਸਕਦਾ, ਤੇ ਜਿਹੜਾ ਸਿਰਪ ਆ ਉਹ ਫੈਕਟਰੀ ਦੇ ਵਿੱਚ ਬਣ ਜਾਂਦਾ। ਇਸ ਕਰਕੇ ਉਹ ਚਾਹੁੰਦੇ ਆ ਵੀ ਸਾਡੀ ਜਿਹੜੀ ਲਾਗਤ ਘੱਟ ਤੋਂ ਘੱਟ ਹੋਵੇ ਔਰ ਪ੍ਰੋਫਿਟ ਵੱਧ ਤੋਂ ਵੱਧ ਹੋਵੇ। ਜੇ ਉਹ ਸ਼ੁੱਧ ਸ਼ਹਿਦ ਤੇ ਜਾਣਗੇ ਤਾਂ ਉੱਥੇ ਉਹਨਾਂ ਨੂੰ ਉਤਪਾਦਨ ਨਹੀਂ ਹੋਣਾ, ਉਹਨਾਂ ਉਤਪਾਦਨ ਵੀ ਹੈ ਨਹੀਂ ਜਿੰਨਾ ਕਾਗਜ਼ਾਂ ਦੇ ਵਿੱਚ ਦਿਖਾਇਆ ਜਾ ਰਿਹਾ। ਹੁਣ ਨੈਸ਼ਨਲ ਬੀ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਹਰ ਸਾਲ 20 ਤੋਂ ਲੈ ਕੇ 25% ਦੇ ਹਿਸਾਬ ਨਾਲ ਜਿਹੜੇ ਹੈਗੀ ਆ ਗਰੋਥ ਸ਼ਹਿਦ ਦੀ ਜਿਹੜੀ ਹੈਗੀ ਆ ਆਪਣੀ ਕੀ ਹੈਗੀ ਉਹਦੀ ਪ੍ਰੋਡਕਸ਼ਨ ਵੱਧ ਰਹੀ ਆ, ਜਦ ਕਿ ਸਾਡੇ ਡਾਟੇ ਦੇ ਮੁਤਾਬਕ ਅਸੀਂ ਫੀਲਡ ਦੇ ਵਿੱਚ ਵਿਚਰਦੇ ਹਾਂ। ਮੈਂ ਹੁਣ ਪ੍ਰੋਗਰੈਸ ਬੀਕੀਪਰ ਐਸੋਸੀਏਸ਼ਨ ਦਾ ਪੰਜਾਬ ਦਾ ਪ੍ਰਧਾਨ ਆ, ਬਾਕੀ ਸਟੇਟਾਂ ਦੇ ਵੀ ਜਿਹੜੇ ਬੀਕੀਪਰ ਸਾਡੇ ਟੱਚ ਦੇ ਵਿੱਚ ਆ। ਅੱਜ ਤੋਂ 5 ਸਾਲ ਪਹਿਲਾਂ ਜਿਹੜੇ ਬੀਕੀਪਰ ਕੋਲੇ 1000 ਡੱਬਾ ਸੀ, 1000 ਕਲੋਨੀ ਸੀ, ਅੱਜ ਉਹਦੇ ਕੋਲੇ ਘਟ ਕੇ 600-700 ਰਹਿ ਗਈ ਆ। ਠੀਕ ਆ, ਜਿਹੜੀ ਪ੍ਰੋਡਕਸ਼ਨ 40 ਕਿਲੋ ਸੀਗੀ ਸ਼ਹਿਦ ਦੀ, ਉਹ ਘਟ ਕੇ 20 ਤੋਂ ਲੈ ਕੇ 30 ਕਿਲੋ ਰਹਿ ਗਈ ਆ। ਡੱਬਿਆਂ ਦੀ ਗਿਣਤੀ ਵੀ ਘਟ ਗਈ, ਪ੍ਰੋਡਕਸ਼ਨ ਵੀ ਘਟ ਗਈ, ਤਾਂ ਫਿਰ ਉਹ ਡਾਟਾ ਉੱਪਰ ਨੂੰ ਕਿਵੇਂ ਜਾ ਰਿਹਾ? ਇਹ ਬਹੁਤ ਵੱਡੀ ਗੇਮ ਆ, ਇਹ ਸਾਰੀ ਦੀ ਜਾਂਚ ਹੋਣੀ ਚਾਹੀਦੀ ਆ, ਔਰ ਫਿਰ ਹੀ ਜਿਹੜਾ ਹੈਗਾ ਧੰਦਾ ਇਹਨੂੰ ਬਚਾਇਆ ਜਾ ਸਕਦਾ। ਉਹ ਤਾਂ ਫਿਰ ਕਾਗਜ਼ਾਂ 'ਚ ਲਿਖਣਾ ਹੀ ਹੈ ਨਾ, ਉਹਨਾਂ ਇੰਨਾ ਵੱਧ ਗਿਆ ਇੰਨਾ ਘਟ ਗਿਆ, ਇਹ ਬੜੀ ਵੱਡੀ ਗੱਲ ਹੈ। ਇੱਕ ਹੋਰ ਗੱਲ ਆਪਾਂ ਖੇਤੀ ਬਿੱਲਾਂ ਨਾਲ ਰਿਲੇਟ ਕਰਦੇ ਹਾਂ ਵੀ ਖੇਤੀ ਬਿੱਲਾਂ ਦੇ ਵਿੱਚ ਇਹ ਕਿਹਾ ਗਿਆ, ਇਹ ਕਿਹਾ ਵੀ ਜਾਂਦਾ ਕਿ ਵੱਡੇ ਘਰਾਣੇ ਆਉਣਗੇ, ਵੱਡੇ ਪੂੰਜੀਪਤੀ ਆਉਣਗੇ, ਉਹ ਇੱਥੇ ਆ ਕੇ ਖੇਤੀ ਕਰਨਗੇ, ਵੱਡੇ ਸਾਇਲੋਜ਼ ਬਣਾਉਣਗੇ, ਜਿਹੜੇ ਹਜੇ ਵੀ ਬਣੇ ਪਿਆ ਹੁਣ ਇੱਥੇ ਆਪਣੇ ਤੁਹਾਡੇ ਮੋਗੇ ਕੋਲ ਹੀ ਹੈਗਾ। ਤੇ ਕੀ ਇਹ ਇੱਧਰ ਵੀ ਹੋ ਸਕਦਾ? ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਆਪਣੇ ਜਿਹੜੇ ਲੋਕ ਆ, ਜਾਂ ਜਦੋਂ ਉਹਨਾਂ ਦਾ ਹੀ ਪੂਰਾ ਰਾਜ ਹੋ ਗਿਆ, ਹੁਣ ਵੀ ਹੈਗਾ ਵੀ ਉਹ ਆਪਣੇ ਲੋਕਾਂ ਨੂੰ ਸ਼ੁੱਧ ਚੀਜ਼ ਖਾਣ ਨਹੀਂ ਦਿੰਦੇ, ਜਦੋਂ ਉਹਨਾਂ ਦਾ ਹੀ ਪੂਰਾ ਹੋ ਗਿਆ ਤਾਂ ਉਹ ਸ਼ਾਇਦ ਵੀ ਨਕਲੀ ਬਣਾ ਕੇ ਇੱਥੇ ਪੈਕਿੰਗਾਂ ਕਰ ਕਰਕੇ ਵੇਚ ਸਕਦੇ ਆ, ਕਿਉਂਕਿ ਉਹ ਆਪਣੇ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਬਹੁਤੇ ਲੋਕਾਂ ਦੇ ਵਿੱਚ ਇਹ ਅਗਿਆਨਤਾ ਹੁੰਦੀ ਹੈ ਵੀ ਉਹਨਾਂ ਨੇ ਵੱਡੇ ਮੌਲਾਂ ਦੇ ਵਿੱਚ ਜਾਂ ਵੱਡੀ ਜਗ੍ਹਾ ਦੇ ਸੁਪਰਮਾਰਕੀਟ ਦੇ ਵਿੱਚ ਜਾਣਾ, ਸ਼ੀਸ਼ੇ 'ਚ ਲੱਗੀ ਹੋਈ ਚੀਜ਼, ਚੰਗੀ ਪੈਕਿੰਗ ਦੇ ਵਿੱਚ ਲੱਗੀ ਹੋਈ ਚੀਜ਼, ਉਹ ਕਹਿੰਦੇ ਆਹ ਬੜੀ ਕਮਾਲ ਆ ਬਈ, ਉਹ ਚੱਕ ਕੇ ਲੈ ਆਉਂਦੇ ਆ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਇਹਦਾ ਸਟੈਂਡਰਡ ਕੀ ਹੈ ਜਾਂ ਇਹਦੇ ਵਿੱਚ ਕੀ ਹੈ, ਜਾਂ ਹੈ ਚੰਗੀ ਚੀਜ਼ ਕਿ ਨਹੀਂ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਆਉਣ ਵਾਲਾ ਸਮਾਂ ਜੇ ਉਹਨਾਂ ਦਾ ਰਾਜ ਆ ਫਸਲੀ ਖੇਤੀ ਤੇ ਹੋ ਗਿਆ, ਤੇ ਇੱਧਰ ਵੀ ਰਾਜ ਕਰਨ ਨੂੰ ਤਿਆਰ ਹੋ ਸਕਦੇ? ਬਿਲਕੁਲ ਜੀ, ਜੇ ਹੁਣ ਜਿੱਥੇ ਕਾਰਪੋਰੇਟ ਦੀ ਇਜਾਰੇਦਾਰੀ ਹੋਊਗੀ ਤਾਂ ਉੱਥੇ ਆਪਦੀਆਂ ਮਨਮਰਜ਼ੀਆਂ ਤਾਂ ਕਰਨਗੇ ਉਹ। ਇਸ ਕਰਕੇ ਜਿਹੜਾ ਹੈਗਾ ਵਾ ਇਹ ਖੇਤੀ ਬਿੱਲਾਂ ਦਾ ਇਹ ਉਹ ਪੱਖ ਆ ਜਿਹਨੂੰ ਕਿਸਾਨੀ ਜਥੇਬੰਦੀਆਂ ਸਾਹਮਣੇ ਰੱਖ ਰਹੀਆਂ ਵੀ ਉਹਨਾਂ ਨੇ ਅਨਾਜ ਆਪਦੀ ਤਿਜੋਰੀ 'ਚ ਬੰਦ ਕਰ ਲੈਣਾ, ਤੇ ਇਸ ਕਰਕੇ ਇਹਦਾ ਇਹ ਤਾਂ ਪੱਖ ਦੇਖਣਾ ਪਊਗਾ। ਬਿਲਕੁਲ। ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਗਏ ਹੋਵੋਗੇ ਆਪਣਾ ਸ਼ਹਿਦ ਦੇ ਮੱਖੀਆਂ ਦੇ ਹਿਸਾਬ ਨਾਲ, ਹੈ ਨਾ, ਲੋਕਾਂ ਦੇ ਦੇਖਣ ਵੀ ਕਿਵੇਂ ਆ? ਬਿਲਕੁਲ। ਕੀ ਲੱਗਦਾ ਤੁਹਾਨੂੰ ਉੱਥੋਂ ਦੇ ਮੁਲਕ ਦੀ ਜਿਹੜੀ ਸਰਕਾਰ ਆ, ਜਾਂ ਉੱਥੋਂ ਦੇ ਮੁਲਕ ਦੇ ਜਿਹੜੇ ਸ਼ਹਿਦ ਮੱਖੀ ਪਾਲਕ ਆ, ਉਹਨਾਂ ਦਾ ਤੇ ਆਪਣਿਆਂ ਦਾ ਕੀ ਫਰਕ ਹੈ? ਬਹੁਤ ਜ਼ਿਆਦਾ ਫਰਕ ਆ ਜੀ। ਉੱਥੋਂ ਦੇ ਜਿਹੜੇ ਸ਼ਹਿਦ ਮੱਖੀ ਪਾਲਕ ਆ, ਉੱਥੇ ਸ਼ਹਿਦ ਦੇ ਨਾਂ 'ਤੇ ਤੁਸੀਂ ਸਿਰਪ ਨਹੀਂ ਵੇਚ ਸਕਦੇ,
ਜਾਂ ਕੋਈ ਵੱਡੀ ਕੰਪਨੀ ਜਾਂ ਕੋਈ ਵੱਡਾ ਬਾਬਾ, ਸਰਕਾਰ ਦੇ ਵਿੱਚ ਉਹਦੀ ਹਿੱਸੇਦਾਰੀ ਨਹੀਂ ਹੈਗੀ। ਉਹ ਜੇ ਵੇਚਦਾ ਪਿਓਰ ਚੀਜ਼, ਮੰਨ ਲਓ ਉੱਥੇ ਕੋਈ ਇੱਕ ਬੀਕੀਪਰ ਆ, ਉਹ ਸ਼ਹਿਦ ਵੇਚਦਾ 50 ਡੱਬੇ ਆ, ਉਹ ਲੋਕ ਇੰਨੇ ਐਜੂਕੇਟਡ ਨੇ, ਪੜ੍ਹੇ ਲਿਖੇ ਨੇ ਵੀ ਉਹ ਪਿਓਰ ਚੀਜ਼ ਹੀ ਵੇਚਦੇ ਆ ਤੇ ਪਿਓਰ ਹੀ ਖਰੀਦਦੇ ਆ। ਉਹ ਬੇਈਮਾਨੀ ਉਹਨਾਂ ਲੋਕਾਂ ਦੇ ਵਿੱਚ ਨਹੀਂ ਹੈ। ਉਹਨਾਂ ਦਾ ਸਿਸਟਮ ਬਹੁਤ ਵਧੀਆ ਵਾ। ਜੇ ਕੋਈ ਬੀਕੀਪਰ ਬੀ ਪੋਲਣ ਦਾ ਕੰਮ ਕਰਦਾ ਤਾਂ ਇਕੱਲੇ ਬੀ ਪੋਲਣ ਦਾ ਹੀ ਕੰਮ ਕਰਦਾ ਵਾ। ਉਹ ਲੋਕ ਉਹ ਅਵੇਅਰ ਆ, ਉਹਦੇ ਕੋਲੋਂ ਆ ਕੇ ਜਿੰਨੀ ਉਹਦੀ ਪ੍ਰੋਡਕਸ਼ਨ ਆ ਉਹ ਤੋਂ ਲੈ ਜਾਂਦੇ ਆ। ਕੋਈ ਕਿਲੋ ਲੈ ਗਿਆ, ਕੋਈ 2 ਕਿਲੋ ਲੈ ਗਿਆ, ਉਹਦੇ ਨਾਲ ਉਹਦਾ ਵਧੀਆ ਗੁਜ਼ਾਰਾ। ਉਹ ਉਸ ਧੰਦੇ ਤੇ ਡਿਪੈਂਡ ਵੀ ਹੈ ਨਹੀਂ। ਉੱਥੇ ਦੀ ਜਿਹੜੀ ਜ਼ਿਆਦਾਤਰ ਬੀ ਕੀਪਿੰਗ ਹੈਗੀ ਆ, ਉਹ ਹੈਗੀ ਆ ਹੌਬੀ, ਸ਼ੌਂਕੀਆ ਵਾ। ਉਹ ਜਿਹੜੇ ਰਿਟਾਇਰ ਹੋ ਜਾਂਦੇ ਆ ਜਾਂ ਆਪਣੇ ਮੁਲਾਜ਼ਮ ਹੁੰਦੇ ਆ, ਰਿਟਾਇਰ ਹੋ ਗਏ, ਬਜ਼ੁਰਗ ਹੋ ਗਏ, ਉਹ ਇਸ ਧੰਦੇ ਨੂੰ ਅਪਣਾਉਂਦੇ ਆ। ਕਮਰਸ਼ੀਅਲ ਲੈਵਲ ਤੇ ਜਿਹੜੇ ਹੈਗੇ ਬੀਕੀਪਰ ਬਹੁਤ ਘੱਟ ਆ। ਜਿਹੜੇ ਕਮਰਸ਼ੀਅਲ ਲੈਵਲ ਦੇ ਆ ਉਹ ਉਸ ਤਰੀਕੇ ਨਾਲ ਆਪਦਾ ਕੰਮ ਕਰਦੇ ਆ। ਜ਼ਿਆਦਾਤਰ ਜਿਹੜੇ ਹੈਗੇ ਸ਼ੌਂਕੀਆ ਵਾ। ਸਾਡੇ ਜਿਹੜਾ ਹੈਗਾ ਵਾ ਇਹ ਰੁਜ਼ਗਾਰ ਦਾ ਪੱਕਾ ਸਾਧਨ ਆ। ਅਸੀਂ ਵੀ ਇਹਨੂੰ ਹਾਲਾਂਕਿ ਸ਼ੌਂਕੀਆ ਤੌਰ ਤੇ ਸ਼ੁਰੂ ਕੀਤਾ ਸੀ, ਪਰ ਸਾਡੇ ਇਹ ਰੁਜ਼ਗਾਰ ਦਾ ਪੱਕਾ ਸਾਧਨ ਆ। ਸਾਡੇ ਇੱਥੇ ਸ਼ੁੱਧਤਾ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਸਾਡੇ ਲੋਕ ਪੂਰਾ ਪੈਸਾ ਦੇ ਰਹੇ ਆ ਸ਼ੁੱਧ ਚੀਜ਼ ਲੈਣ ਵਾਸਤੇ, ਪਰ ਉਹਦੇ ਐਵਜ ਦੇ ਵਿੱਚ ਉਹਨਾਂ ਨੂੰ ਪਿਓਰ ਚੀਜ਼ ਨਹੀਂ ਮਿਲ ਰਹੀ। ਇਸ ਕਰਕੇ ਉੱਥੋਂ ਦੀ ਬੀਕੀਪਿੰਗ ਤਾਂ ਐਡਵਾਂਸ ਆ। ਉੱਥੇ ਤਾਂ ਜਿਹੜਾ ਬੀਕੀਪਰ ਆ ਉਹਨੂੰ ਸਰਕਾਰ ਐਪੀ ਟੂਰਿਜ਼ਮ ਦੇ ਨਾਂ ਤੇ ਬਹੁਤ ਪੈਸਾ ਦਿੰਦੀ ਆ। ਅੱਛਾ, ਉਹਦੇ 'ਚ ਕੀ ਹੁੰਦਾ ਵੀ ਸਕੂਲਾਂ ਦੇ ਬੱਚਿਆਂ ਨੂੰ ਵਿਜ਼ਿਟ ਕਰਾਈ ਜਾਂਦੀ ਆ ਫਾਰਮ ਦੀ। ਉਹ ਜਿਹੜਾ ਬੀਕੀਪਰ ਆ ਉਹਨਾਂ ਨੂੰ ਸਾਰਾ ਦੱਸਦਾ ਵੀ ਆਹ ਡਰੋਨ ਆ, ਆਹ ਵਰਕਰ ਆ, ਆਹ ਕੁਈਨ ਆ, ਵੀ ਆਹ ਮੱਖੀ ਹੁਣ ਬਾਹਰ ਚੱਲੀ ਆ, ਸਿਕਿਉਰਿਟੀ ਵਾਲੀ ਆ, ਇਹਦਾ ਸਾਡੇ ਵਾਤਾਵਰਨ ਨੂੰ ਆਹ ਫਾਇਦਾ ਵਾ, ਆਹ ਫਸਲਾਂ ਦੇ ਵਿੱਚ ਇੰਨਾ ਯੋਗਦਾਨ ਪਾਉਂਦੀ ਆ, ਜੇ ਮੱਖੀ ਲੜ ਜੇ ਸਾਡੇ ਸਰੀਰ ਨੂੰ ਕੀ ਫਾਇਦੇ ਆ, ਬੀ ਬੋਲਣ ਦੇ ਸਾਨੂੰ ਕੀ ਫਾਇਦੇ ਆ, ਰੈਲੀ ਦੇ ਕੀ ਫਾਇਦੇ ਆ, ਉਹ ਪੂਰਾ ਉਹਨਾਂ ਨੂੰ ਐਕਸਪਲੇਨ ਕਰਦਾ। ਉਹਦੀ ਜਿਹੜੀ ਪੇਮੈਂਟ ਹੈਗੀ ਆ ਉਹ ਸਰਕਾਰ 20 ਯੂਰੋ ਪ੍ਰਤੀ ਬੱਚਾ ਬੀਕੀਪਰ ਨੂੰ ਦਿੰਦੀ ਆ। ਯਾਨੀ ਇੰਨਾ ਉਹਨਾਂ ਦਾ ਸਰਕਾਰਾਂ ਦਾ ਯੋਗਦਾਨ ਹੈਗਾ ਵਾ ਆਪਦੀ ਬੀਕੀਪਿੰਗ ਨੂੰ ਔਰ ਆਪਦੇ এনवायरमेंट ਨੂੰ ਪ੍ਰਫੁੱਲਿਤ ਕਰਨ ਦਾ। ਦੂਜੀ ਵੱਡੀ ਗੱਲ ਆ ਉੱਥੇ ਦਾ ਜਿਹੜਾ ਹੈਗਾ 59% ਏਰੀਆ ਫੋਰੈਸਟ ਦੇ ਥੱਲੇ ਆ। ਸਾਡੇ ਤਾਂ ਦਰਖਤਾਂ ਜਿਹੜੇ ਹੈਗੇ ਹੁਣ ਵੱਟਾਂ ਤੇ ਨਹੀਂ ਕੋਈ ਰਹਿੰਦਾ, ਮੋਟਰ ਤੇ ਨਹੀਂ ਕੋਈ ਛੱਡਦਾ ਦਰਖਤ। ਇਸ ਕਰਕੇ ਜਿੱਥੇ ਜੰਗਲਾਤ ਵੀ ਜ਼ਰੂਰੀ ਆ ਉੱਥੇ ਸਰਕਾਰ ਦੀ ਛਤਰਛਾਇਆ ਵੀ ਜ਼ਰੂਰੀ ਆ, ਉੱਥੇ ਅਡਲਟ੍ਰੇਸ਼ਨ ਵੀ ਜ਼ਰੂਰੀ ਆ, ਲੋਕਾਂ ਦੇ ਵਿੱਚ ਅਵੇਅਰਨੈਸ ਵੀ ਬਹੁਤ ਜ਼ਰੂਰੀ ਆ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਸ਼ਹਿਦ ਜੰਮ ਗਿਆ ਇਹ ਨਕਲੀ ਨਹੀਂ, ਇਹ ਵੀ ਅਸਲੀ ਆ। ਸਾਡੇ ਤਾਂ ਪਤਾ ਹੀ ਨਹੀਂ ਲੋਕਾਂ ਨੂੰ। ਜੇ ਕੋਈ ਜੰਮਿਆ ਹੋਇਆ ਸ਼ਹਿਦ ਜੰਮ ਜੇ ਤਾਂ ਲੋਕ ਲਾਂਭਾ ਦਿੰਦੇ ਆ, ਸਮੱਸਿਆ ਖੜੀ ਹੋ ਜਾਂਦੀ ਆ। ਬੀਕੀਪਰ ਉਹ ਤੋਂ ਬਚਣ ਦੀ ਖਾਤਰ ਸ਼ਹਿਦ ਨੂੰ ਉਬਾਲੀ ਦਿੰਦੇ ਆ, ਗਰਮ ਕਰਦੇ ਆ ਜਾਂ ਕੁਝ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਸਾਨੂੰ ਲਾਂਭਾ ਨਾ ਮਿਲੇ। ਅਸੀਂ ਹਾਲਾਂਕਿ ਜੰਮਿਆ ਹੋਇਆ ਜੇ ਹੈਗਾ ਜੰਮਣ ਵਾਲਾ ਉਹਨੂੰ ਦੱਸ ਦਿੰਦੇ ਆ ਵੀ ਜੰਮ ਗਿਆ ਤਾਂ ਵੀ ਇਹਨੂੰ ਗਰਮ ਪਾਣੀ ਦੇ ਵਿੱਚ ਰੱਖ ਲਈ ਜਾਂ ਧੁੱਪੇ ਰੱਖ ਲਈ, ਵੀ ਇਹ ਪਿਓਰ ਆ, ਇਹ ਪਿਓਰ ਹੈ। ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਨੂੰ ਬਹੁਤ ਲਾਂਭੇ ਆਉਂਦੇ ਆ। ਪਤਾ ਨਹੀਂ ਕਿਹਨੇ ਦੱਸਤਾ ਇਹ ਵੀ ਜਿਹੜਾ ਜੰਮ ਗਿਆ ਉਹ ਨਕਲੀ ਹੈ। ਬਿਲਕੁਲ ਬਿਲਕੁਲ ਇਸੇ ਗੱਲ ਦਾ ਕੰਪਨੀਆਂ ਲਾਹਾ ਲੈਂਦੀਆਂ। ਉਹ ਇਸੇ ਕਰਕੇ ਸਿਰਪ ਬਣਾਉਣਾ ਸ਼ੁਰੂ ਕੀਤਾ ਉਹਨਾਂ ਨੇ ਵੀ ਜੰਮੇ ਨਾ। ਪਹਿਲਾਂ ਕੰਪਨੀਆਂ ਨੇ ਵੀ ਪਿਓਰ ਹੀ ਸ਼ੁਰੂ ਕੀਤਾ ਸੀ, ਪਰ ਜਦੋਂ ਸਟਾਕ ਦੇ ਵਿੱਚ ਵਾਪਸ ਆ ਗਿਆ, ਕਿਉਂਕਿ ਦੁਕਾਨਦਾਰ ਦੇਖਦਾ ਵੀ ਇਹ ਤਾਂ ਘਿਓ ਵਾਂਗੂ ਜੰਮ ਗਿਆ, ਉਹਨਾਂ ਨੇ ਵਾਪਸ ਕਰਤਾ, ਕੰਪਨੀ ਨੂੰ ਲਾਸ ਹੋ ਗਿਆ। ਉਹਨਾਂ ਨੇ ਫਿਰ ਸ਼ਾਰਟਕਟ ਲੱਭ ਲਿਆ ਜਿਹੜਾ ਸਸਤਾ ਵੀ ਸੀ, ਉਹ 'ਚ ਫਾਇਦਾ ਵੀ ਜ਼ਿਆਦਾ ਸੀ। ਫਿਰ ਉਹਨਾਂ ਨੇ ਉਸੇ ਲੈਣ ਤੇ ਚੱਲਣਾ ਸ਼ੁਰੂ ਕਰਤਾ, ਜਿਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਖਪਤਕਾਰ ਦਾ ਤਾਂ ਹੋਇਆ ਹੀ ਹੋਇਆ, ਕਿਉਂਕਿ ਖਪਤਕਾਰ ਪੂਰੇ ਪੈਸੇ ਦੇ ਕੇ ਘਟੀਆ ਚੀਜ਼ ਖਾ ਰਿਹਾ। ਜਿਹੜਾ ਸ਼ਹਿਦ ਮੱਖੀ ਪਾਲਕ ਸੀ ਉਹਦਾ ਕਰੋੜਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਬਹੁਤ ਸਾਰੇ ਇਸ ਕਿੱਤੇ ਦੇ ਵਿੱਚੋਂ ਬਾਹਰ ਚਲੇ ਗਏ। ਹਾਲਾਂਕਿ ਸਾਡੇ ਕਿੱਤੇ ਦੇ ਵਿੱਚ ਸੁਸਾਈਡ ਕਰਨ ਵਾਲਾ ਕਦੇ ਵੀ ਕੋਈ ਨੌਬਤ ਨਹੀਂ ਹੈ ਵੀ ਕਿਸੇ ਬੀਕੀਪਰ ਨੇ ਸੁਸਾਈਡ ਕੀਤੀ ਹੋਵੇ, ਕਿਉਂਕਿ ਇਹ ਧੰਦੇ ਦੇ ਵਿੱਚ ਜਿਹੜੇ ਬੀਕੀਪਰ ਆਉਂਦੇ ਆ ਨਾ ਬਹੁਤ ਮਜ਼ਬੂਤ ਜਿਹੜੇ ਹੈਗੇ ਉਹੀ ਇਹ ਧੰਦੇ 'ਚ ਟਿਕਦੇ ਆ, ਉਹ ਖੜਦੇ ਆ। ਪਰ ਪਿਛਲੇ 4-5 ਸਾਲਾਂ ਦੇ ਵਿੱਚ ਇਹੋ ਜਿਹੀ ਨੌਬਤ ਆਈ ਆ ਵੀ ਬਹੁਤ ਸਾਰੇ ਇਹਨੂੰ ਛੱਡ ਕੇ ਚਲੇ ਗਏ ਜਾਂ ਖੁਦਕੁਸ਼ੀ ਦੀਆਂ ਗੱਲਾਂ ਹੋਣ ਲੱਗ ਗਈਆਂ। ਅਸੀਂ ਨਹੀਂ ਚਾਹੁੰਦੇ ਉਹ ਨੌਬਤ ਆਵੇ। ਉਹਦੇ ਵਾਸਤੇ ਜ਼ਰੂਰੀ ਆ ਸ਼ੁੱਧਤਾ, ਬਹੁਤ ਜ਼ਰੂਰੀ ਆ ਵੀ ਸ਼ੁੱਧਤਾ ਜਿਹੜੀ ਹੈਗੀ ਰਵੇ, ਲੋਕ ਅਵੇਅਰ ਹੋਣ। ਸਾਡੀ ਜਿਹੜੀ ਸੰਸਥਾ ਹੈਗੀ ਆ ਪ੍ਰੋਗਰੈਸਿਵ ਬੀਕੀਪਰ ਐਸੋਸੀਏਸ਼ਨ, ਉਹ ਬਾਗਬਾਨੀ ਵਿਭਾਗ ਤੇ PAU ਦੇ ਨਾਲ ਮਿਲ ਕੇ ਕਾਫੀ ਉਪਰਾਲੇ ਕਰ ਰਹੀ ਆ, ਜਿਨ੍ਹਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਮਿਲਣਗੇ। ਯੂਨੀਵਰਸਿਟੀ ਦੇ ਵਿੱਚ ਸਾਡੇ ਆਪਣੇ ਡਾਕਟਰ ਰਮਨਦੀਪ ਜੀ ਹੈਗੇ ਆ, ਮਾਰਕੀਟਿੰਗ ਦੇ ਐਕਸਪਰਟ ਆ, ਉਹ ਬਹੁਤ ਗਾਈਡੈਂਸ ਦੇ ਰਹੇ ਆ। ਕੋਸ਼ਿਸ਼ ਕਰ ਰਹੇ ਆ ਅਸੀਂ ਐਡ ਬਣਾਈਏ ਜੰਮੇ ਹੋਏ ਸ਼ਹਿਦ ਬਾਰੇ, ਜਲਦੀ ਜਿਹੜੀ ਲੋਕਾਂ ਦੇ ਵਿੱਚ ਆਵੇ ਤਾਂ ਜੋ ਲੋਕ ਅਵੇਅਰ ਹੋਣ। ਜੇ ਅਵੇਅਰ ਹੋਣਗੇ ਫਿਰ ਹੀ ਜਿਹੜਾ ਹੈਗਾ ਇਹ ਧੰਦਾ ਬਚੂਗਾ ਔਰ ਜਾਗਰੂਕਤਾ ਜਿਹੜੀ ਆਉਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਮੈਨੂੰ ਇੱਕ ਗੱਲ ਤੁਸੀਂ ਹੋਰ ਦੱਸੋ ਕਿ ਜਿਹੜਾ ਆਪਣਾ ਇੱਧਰਲਾ ਸ਼ਹਿਦ ਮੱਖੀ ਪਾਲਕ ਹੈ ਉਹ ਵੱਖੋ ਵੱਖਰੀਆਂ ਇਕੱਲਾ ਸ਼ਹਿਦ ਹੀ ਨਹੀਂ, ਬੜੀਆਂ ਚੀਜ਼ਾਂ ਜਿਹੜੀਆਂ ਉਹ ਪੈਦਾ ਕਰਦਾ ਹੈ। ਹਾਂਜੀ, ਉਹਦੇ 'ਚ ਕਪੈਸਿਟੀ ਹੈਗੀ ਹੈ ਪੈਦਾ ਕਰਨ ਦੀ। ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਉਹ ਸ਼ਹਿਦ ਤੋਂ ਇਲਾਵਾ ਨਹੀਂ, ਨਾਰਮਲ ਬੰਦੇ ਨੂੰ ਇਹ ਲੱਗਦਾ ਵੀ ਆਹ ਡੱਬੇ ਪਏ ਆ ਮੱਖੀਆਂ ਦੇ, ਇਹਨਾਂ 'ਚੋਂ ਇਕੱਲਾ ਸ਼ਹਿਦ ਹੀ ਨਿਕਲਦਾ। ਉਹ ਬੜਾ ਕੁਝ ਹੋਰ ਵੀ ਪੈਦਾ ਕਰ ਸਕਦਾ ਹੈ ਨਾ, ਐਡੀ ਕਪੈਸਿਟੀ ਹੈ। ਉਹ ਕੀ ਪੈਦਾ ਕਰਦਾ ਹੈ ਤੇ ਉਹ ਉਹਨੂੰ ਕਿਵੇਂ ਵੇਚਦਾ, ਉਹਦੇ ਬਾਰੇ ਵੀ ਦੱਸੋ ਸਾਨੂੰ। ਇਹਦੇ 'ਚ ਆਪਣੀ ਜਿਹੜੀ ਇੰਡੀਆ ਦੀ ਜਿਹੜੀ ਹੈਗੀ ਮਾਰਕੀਟਿੰਗ ਹੁਣ ਤੱਕ ਸ਼ਹਿਦ ਤੇ ਰਹੀ ਆ, ਪਰ ਹੁਣ ਥੋੜ੍ਹੀ ਜਿਹੀ ਜਾਗਰੂਕਤਾ ਵੀ ਆਉਣ ਲੱਗੀ ਆ।
ਇਹਦੇ 'ਚ ਸ਼ਹਿਦ ਤੋਂ ਇਲਾਵਾ ਬੀ ਪੋਲਣ ਪੈਦਾ ਹੁੰਦਾ ਵਾ। ਜਿਵੇਂ ਮੱਖੀ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਉਸੇ ਤਰੀਕੇ ਦੇ ਨਾਲ ਫੁੱਲਾਂ ਤੋਂ ਪਰਾਗ ਇਕੱਠਾ ਲੈ ਕੇ ਆਉਂਦੀ ਹੈ। ਜਿਵੇਂ ਸ਼ਹਿਦ ਉਹਦੀ ਖੁਰਾਕ ਦਾ ਹਿੱਸਾ, ਉਸੇ ਤਰੀਕੇ ਨਾਲ ਬੀ ਪੋਲਣ ਵੀ ਉਹਨਾਂ ਦੀ ਖੁਰਾਕ ਦਾ ਹਿੱਸਾ। ਇਹਦੇ 'ਚ ਕਾਫੀ ਜਿਹੜੇ ਹੈਗੇ ਆ ਅਮੀਨੋ ਐਸਿਡ, ਵਿਟਾਮਿਨ, ਮਿਨਰਲ ਪਾਏ ਜਾਂਦੇ ਆ। ਇਹ ਜਿਵੇਂ ਸ਼ਹਿਦ ਸਾਡੇ ਸਰੀਰ ਵਾਸਤੇ ਗੁਣਕਾਰੀ ਆ, ਬੀ ਪੋਲਣ ਉਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਗੁਣਕਾਰੀ ਆ ਸਾਡੇ ਸਰੀਰ ਵਾਸਤੇ, ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਾਸਤੇ, ਜੋੜਾਂ ਦੇ ਮਰੀਜ਼ਾਂ ਵਾਸਤੇ, ਐਲਰਜੀ ਦੇ ਮਰੀਜ਼ਾਂ ਵਾਸਤੇ, ਜਿਹੜੇ ਕਮਜ਼ੋਰ ਆ ਉਹਨਾਂ ਵਾਸਤੇ, ਫਰਟੀਲਿਟੀ ਦੇ ਜਿਹੜੇ ਹੈਗੇ ਆ ਕੇਸ, ਉਹਨਾਂ ਵਾਸਤੇ ਬਹੁਤ ਇਹ ਇਫੈਕਟਿਵ ਹੈਗਾ। ਤੇ ਜਿਮ ਜਾਣ ਵਾਲੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਵਾਸਤੇ, ਕਿਉਂਕਿ ਨੈਚੁਰਲ ਪ੍ਰੋਟੀਨ ਆ 25 ਤੋਂ ਲੈ ਕੇ 40% ਤੱਕ, ਇਹ ਇੱਕ ਬਹੁਤ ਬਿਹਤਰੀਨ ਪ੍ਰੋਡਕਟ ਆ ਜਿਹਦੇ ਬਾਰੇ ਲੋਕ ਥੋੜ੍ਹੇ ਜਿਹੇ ਪਹਿਲਾਂ ਨਾਲੋਂ ਅਵੇਅਰ ਹੋਏ ਆ ਔਰ ਸਾਥੋਂ ਖਰੀਦ ਕੇ ਖਾਣ ਲੱਗੇ ਆ। ਉਸ ਤੋਂ ਇਲਾਵਾ ਪ੍ਰਪੋਲਸ ਆ, ਉਹ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਪੈਂਦੀ ਆ। ਜਿਵੇਂ ਹੁਣ ਇਨਫੈਕਸ਼ਨ ਰੋਕਣ ਵਾਸਤੇ ਪ੍ਰਪੋਲਸ ਦਾ ਬਹੁਤ ਵਧੀਆ ਯੋਗਦਾਨ ਆ, ਬਹੁਤ ਵੱਡਾ ਯੋਗਦਾਨ ਆ। ਉਹਦਾ ਜਿਹੜਾ ਟੈਕਸਚਰ ਹੈਗਾ ਉਹਦਾ ਬਣਦਾ ਵਾ ਅਲਕੋਹਲ ਦੇ ਵਿੱਚ ਪਾ ਕੇ, ਉਹਦੀਆਂ ਗੋਲੀਆਂ ਕੈਪਸੂਲ ਵੀ ਬਣਦੇ ਆ। ਜੇ ਇਸ ਪਾਸੇ ਨੂੰ ਚੱਲਿਆ ਜਾਵੇ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਫਿਊਚਰ ਹੈਗਾ। ਉਸੇ ਤਰੀਕੇ ਦੇ ਨਾਲ ਰੈਲ ਜੈਲੀ ਹੈ, ਇੱਕ ਬਹੁਤ ਕੀਮਤੀ ਪ੍ਰੋਡਕਟ ਆ ਜਿਹਦੀ 30-35 ਹਜ਼ਾਰ ਰੁਪਏ ਕਿਲੋ ਦੀ ਕੀਮਤ ਆ ਔਰ ਡਿਮਾਂਡ ਵੀ ਚੰਗੀ ਹੈਗੀ ਆ। ਉਹਦੀ ਜੇ ਪ੍ਰੋਡਕਸ਼ਨ ਆਪਣੇ ਇੱਥੇ ਹੋਣ ਲੱਗ ਜਾਵੇ ਤਾਂ ਉਹਦੇ 'ਚ ਵੀ ਬਹੁਤ ਵਧੀਆ ਪੈਸਾ ਹੈਗਾ ਵਾ। ਵੈਕਸ ਤਾਂ ਹੈਗੀ ਆ, ਵੈਕਸ ਆਪਾਂ ਨੂੰ ਪਤਾ ਵੀ ਬਹੁਤ ਸਾਰੀਆਂ ਮੈਡੀਸਨ ਦੇ ਵਿੱਚ ਵੀ ਪੈਂਦੀ ਆ, ਕੋਸਮੈਟਿਕ ਦੇ ਵਿੱਚ ਵੀ ਪੈਂਦੀ ਆ। ਉਸ ਤੋਂ ਇਲਾਵਾ ਆਪਣੀ ਜਿਹੜੀ ਹੈਗੀ ਆ ਬੀ ਵੈਨਮ ਹੈਗੀ ਆ, ਬਹੁਤ ਮਹਿੰਗਾ ਪ੍ਰੋਡਕਟ ਆ। 1 ਗ੍ਰਾਮ ਦੀ ਕੀਮਤ ਇਹਦੀ ਯਾਨੀ 2000 ਤੋਂ ਲੈ ਕੇ 5000 ਰੁਪਏ ਕਿਲੋ ਤੱਕ ਹੈਗੀ, ਸੁਣਨ ਨੂੰ ਵੀ ਜ਼ਿਆਦਾ ਮਹਿੰਗਾ ਪ੍ਰੋਡਕਟ ਆ। ਤੇ ਜੇ ਉਹਦੀ ਯਾਨੀ ਸਹੀ ਤਰੀਕੇ ਦੇ ਨਾਲ ਇੱਥੇ ਪ੍ਰੋਡਕਸ਼ਨ ਵੀ ਹੋਣ ਲੱਗ ਜੇ ਔਰ ਉਹਦੀ ਮਾਰਕੀਟਿੰਗ ਖੜੀ ਹੋ ਜੇ ਉਹਦੇ 'ਚੋਂ, ਔਰ ਇੱਕ ਬਹੁਤ ਬਿਹਤਰੀਨ ਜਿਹੜਾ ਹੈਗਾ ਵਾ ਐਪੀ ਟੂਰਿਜ਼ਮ ਜੇ ਸਰਕਾਰ ਸ਼ੁਰੂ ਕਰ ਲਵੇ। ਜਿਵੇਂ ਆਪਣੇ ਅਸਥਮੇ ਦੇ ਮਰੀਜ਼ ਆ ਜਾਂ ਜੋੜਾਂ ਦੇ ਦਰਦਾਂ ਦੇ ਮਰੀਜ਼ ਆ, ਉਹਨਾਂ ਨੂੰ ਜਿਹੜੀ ਬਕਸੇ ਦੇ ਵਿੱਚ ਸਮੈਲ ਹੁੰਦੀ ਆ ਨਾ, ਇਹਦੀ ਇੱਕ ਨੈਚੁਰਲ ਸਮੈਲ ਹੁੰਦੀ ਆ ਜਿਹਦੇ 'ਚ ਨੈਕਟਰ ਹੁੰਦਾ, ਬੀ ਪੋਲਣ ਹੁੰਦਾ, ਪ੍ਰਪੋਲਸ ਹੁੰਦੀ ਆ। ਉਹ ਇੱਕ ਉਹਦੀ ਨੈਚੁਰਲ ਜਿਹੜੀ ਸਮੈਲ ਆ, ਜੇ ਉਹ ਆਪਣੇ ਅੰਦਰ ਚਲੀ ਜਾਵੇ ਨਾ, ਆਪਾਂ ਨੇ ਅਸਥਮਾ ਵੀ ਠੀਕ ਕਰਦੀ ਆ, ਜੋੜਾਂ ਦੇ ਦਰਦ ਵੀ, ਹੋਰ ਬਹੁਤ ਸਾਰੀਆਂ ਬਿਮਾਰੀਆਂ ਵੀ ਉਹ ਠੀਕ ਕਰਦੀ ਆ, ਜਿਹੜੀ ਕਿ ਅਸੀਂ ਯੂਰਪ ਦੇ ਦੌਰੇ ਦੇ ਦੌਰਾਨ ਅਸੀਂ ਦੇਖੀ ਸੀ। ਉਹ ਜੇ ਅਸੀਂ ਇੱਥੇ ਉਹਨੂੰ ਲਾਗੂ ਕਰੀਏ, ਕੁਝ ਕੁ ਬੀ ਕੀਪਰ ਸ਼ੁਰੂ ਕਰ ਰਹੇ ਆ, ਮੈਂ ਵੀ ਬਹੁਤ ਜਲਦੀ ਸ਼ੁਰੂ ਕਰ ਰਿਹਾ ਉਹਨੂੰ ਅਸੀਂ ਲੋਕਾਂ ਨੂੰ ਦੇਣਾ ਸ਼ੁਰੂ ਕਰੀਏ, ਲੋਕਾਂ ਤੋਂ ਪੈਸੇ ਲੈ ਲਈਏ, ਕਿਉਂਕਿ ਲੋਕ ਆਪਾਂ ਨੂੰ ਪਤਾ ਵੀ ਜੋੜਾਂ ਦੇ ਦਰਦਾਂ ਦੇ ਮਰੀਜ਼ ਜਾਂ ਅਸਥਮੇ ਦੇ ਜਾਂ ਐਲਰਜੀ ਦੇ ਮਰੀਜ਼ ਹਰ ਘਰ ਦੇ ਵਿੱਚ 1-2 ਮਰੀਜ਼ ਹੈਗੇ ਆ। ਤਾਂ ਇਹ ਬਹੁਤ ਵਧੀਆ ਹੈਗਾ ਵਾ। ਨਾਲ ਜੇ ਸਰਕਾਰ ਮਦਦ ਕਰੇ ਐਪੀ ਟੂਰਿਜ਼ਮ ਦੇ ਨਾਂ 'ਤੇ, ਜਿਵੇਂ ਬੀ ਕੀਪਰਾਂ ਨੂੰ, ਬੀ ਕੀਪਰ ਹੈਗੇ ਆ ਬਹੁਤ ਐਜੂਕੇਟਡ ਆ, ਉਹ ਆਪਦੀ ਸਰਵਿਸ ਦੇ ਸਕਦੇ ਆ। ਸਰਕਾਰ ਥੋੜ੍ਹਾ ਬਹੁਤਾ ਉਹਨਾਂ ਨੂੰ ਪੈਸਾ ਦੇ ਦੇਵੇ ਵੀ ਤੁਸੀਂ ਇੱਕ ਸਕੂਲ ਦੇ ਵਿੱਚ ਜਾ ਕੇ ਲੈਕਚਰ ਦੇਣਾ ਬੱਚਿਆਂ ਨੂੰ, ਸਾਰੇ ਬੱਚੇ ਇਕੱਠੇ ਕੀਤੇ, ਉੱਥੇ ਜਾ ਕੇ ਜਿਹੜੇ ਬੀ ਕੀਪਰ ਵਧੀਆ ਤਰੀਕੇ ਨਾਲ ਬੋਲ ਸਕਦੇ ਆ, ਉਹ ਉਹਨਾਂ ਨੂੰ ਐਕਸਪਲੇਨ ਕਰਨਗੇ ਵੀ ਜੰਮਿਆ ਹੋਇਆ ਸ਼ਹਿਦ ਕੀ ਆ, ਸ਼ਹਿਦ ਦੀ ਮੱਖੀ ਦੀ ਕੀ ਮਹੱਤਤਾ, ਫਸਲਾਂ ਦੇ ਝਾੜ ਦੇ ਵਿੱਚ ਕੀ ਜਿਹੜਾ ਹੈਗਾ ਯੋਗਦਾਨ ਪਾਉਂਦੀ ਆ, ਸਾਡੇ ਵਾਤਾਵਰਨ ਵਾਸਤੇ ਕਿਉਂ ਜ਼ਰੂਰੀ ਆ। ਤਾਂ ਜੇ ਮੇਰੇ ਕਹਿੰਦਾ ਵੀ ਇੱਕ ਬੱਚੇ ਨੂੰ ਅਸੀਂ ਬਾਕੀ ਇਹਨਾਂ ਦਾ ਡੱਬੇ ਦੇ ਵਿੱਚ ਆਪਦਾ ਕੀ ਸਿਸਟਮ ਬਹੁਤ ਵਧੀਆ, ਹਾਂ ਅਸੀਂ ਉਹਨੂੰ ਦੱਸ ਦਈਏ, ਬਹੁਤ ਇੰਟਰਸਟਿੰਗ ਮੈਟਰ ਹੈ ਇਹ। ਤੇ ਬੱਚਾ ਜੇ ਇੱਕ ਐਜੂਕੇਟਡ ਹੋ ਗਿਆ ਤਾਂ ਮੇਰੇ ਖਿਆਲ 'ਚ ਮਾਂ ਪਿਓ ਨੂੰ ਤਾਂ ਆਪੇ ਸਿਖਾ ਲੂ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਸਰਬਜੀਤ ਜੀ ਬਹੁਤ ਐਡਵਾਂਸ ਆ। ਉਹ ਦੱਸਣਗੇ ਵੀ ਆਹ ਜਿਹੜਾ ਘਰੇ ਆਪਾਂ ਸ਼ਹਿਦ ਲੈਂਦਾ ਜੰਮਿਆ, ਇਹ ਨਕਲੀ ਨਹੀਂ, ਇਹ ਪਿਓਰ ਆ। ਜਾਣੀ ਜੇ ਸਰਕਾਰ ਥੋੜ੍ਹਾ ਜਿਹਾ ਧਿਆਨ ਦੇ ਦੇਵੇ, ਥੋੜ੍ਹਾ ਜਿਹਾ ਮਦਦ ਕਰ ਦੇਵੇ, ਸਾਡੀ ਸੰਸਥਾ ਮਦਦ ਕਰ ਸਕਦੀ ਹੈ ਇਸ ਤਰੀਕੇ, ਇਹ ਤਿਆਰ ਆ, ਤਾਂ ਅਸੀਂ ਅਵੇਅਰਨੈਸ ਜਿਹੜੀ 10 ਸਾਲਾਂ 'ਚ ਆਉਣੀ, ਅਸੀਂ 2 ਸਾਲਾਂ ਦੇ ਵਿੱਚ ਲਿਆ ਸਕਦੇ ਹਾਂ। ਬਿਲਕੁਲ ਬਿਲਕੁਲ। ਆਖਰੀ ਗੱਲ ਹੈ ਕਿ ਕੋਈ ਵੀ ਸਮੱਸਿਆ ਜਿਹੜੀ ਕਿ ਅਣਗੌਲੀ ਰਹਿ ਗਈ ਹੋਵੇ ਸ਼ਾਇਦ ਮੱਖੀ ਪਾਲਕਾਂ ਦੀ, ਜਿਹੜੀ ਕਿ ਹੱਲ ਸਰਕਾਰ ਜਾਂ ਕੋਈ ਵੀ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਉਹ ਤੁਸੀਂ ਕਹਿ ਸਕਦੇ ਹੋ, ਜਾਂ ਜਿਹੜਾ ਕਿ ਸਾਨੂੰ ਵੀ ਪਤਾ ਲੱਗੇ ਜਾਂ ਹੋਰ ਵੀ ਜਿਹੜੇ ਗਾਹਕ ਹੈ ਉਹਨਾਂ ਨੂੰ ਵੀ ਪਤਾ ਲੱਗੇ ਵੀ ਆਹ ਯਾਰ ਆਪਣਾ ਹੀ ਹਿੱਸਾ ਹੈ, ਜਿੱਥੇ ਕੋਈ ਕਿਸਾਨ ਜਿਹੜਾ ਕਿ ਆਪਾਂ ਨੂੰ ਅੰਨ ਦਿੰਦਾ ਉਹ ਵੀ ਆਪਣਾ ਹੀ ਹਿੱਸਾ ਹੈ, ਉਸੇ ਤਰ੍ਹਾਂ ਸ਼ਾਇਦ ਵੀ ਆਪਾਂ ਨੂੰ ਮਿਲਦਾ, ਆਪਣੀਆਂ ਦਵਾਈਆਂ 'ਚ ਪੈਂਦਾ, ਹਰੇਕ ਚੀਜ਼ ਲਈ ਉਹ ਵੀ ਆਪਣਾ ਹੀ ਹਿੱਸਾ ਹੈ, ਵੀ ਉਹਨਾਂ ਦਾ ਵੀ ਜਿਹੜਾ ਰੋਜੀ ਰੋਟੀ ਹੈ ਉਹ ਚੰਗੀ ਚੱਲ ਸਕੇ। ਕੋਈ ਇਹੋ ਜਿਹੀ ਗੱਲ ਜਿਹੜੀ ਅਣਗੌਲੀ ਰਹਿ ਗਈ ਹੋਵੇ, ਜਾਂ ਫਿਰ ਕੋਈ ਉਹਨਾਂ ਨੂੰ ਤੁਸੀਂ ਕਹਿਣਾ ਚਾਹੋ ਸਰਕਾਰ ਨੂੰ ਜਾਂ ਆਮ ਲੋਕਾਂ ਨੂੰ? ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੂੰਗਾ, ਆਮ ਲੋਕਾਂ ਨੂੰ ਵੀ ਸ਼ਹਿਦ ਮੱਖੀ ਪਾਲਣ ਦਾ ਜਿਹੜਾ ਕਿੱਤਾ ਵਾ, ਇਹ ਨਹੀਂ ਹੈ ਵੀ ਇਕੱਲਾ ਸਾਨੂੰ ਸ਼ਹਿਦ ਦਿੰਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਇਹ ਫਸਲਾਂ ਦਾ ਝਾੜ ਵੀ ਵਧਾਉਂਦਾ। ਇਹਨਾਂ ਦੀ ਹੋਂਦ ਮਨੁੱਖੀ ਜੀਵਨ ਨੂੰ ਬਚਾਈ ਰੱਖਣ ਲਈ ਬਹੁਤ ਜ਼ਰੂਰੀ ਆ, ਕਿਉਂਕਿ ਆਈਨਸਟਾਈਨ ਨੇ ਇਹ ਗੱਲ ਕਹਿਤੀ ਸੀ, ਜੇ ਸ਼ਹਿਦ ਦੀਆਂ ਮੱਖੀਆਂ ਧਰਤੀ ਤੋਂ ਅਲੋਪ ਹੋ ਗਈਆਂ ਤਾਂ 4 ਸਾਲਾਂ ਦੇ ਵਿੱਚ ਮਨੁੱਖ ਜਾਤੀ ਖਤਰੇ ਦੇ ਵਿੱਚ ਪੈ ਜੂਗੀ, ਕਿਉਂਕਿ ਕਈ ਤਰ੍ਹਾਂ ਦੇ ਫਲ ਫਰੂਟ ਸਬਜ਼ੀਆਂ ਇੱਥੋਂ ਅਲੋਪ ਹੋ ਜਾਣਗੇ। ਵੀ ਇਹਨੂੰ ਜਿੰਨਾ ਬਚਾਉਣਾ ਸਾਡੇ ਵਾਸਤੇ ਜ਼ਰੂਰੀ ਆ, ਉਨਾ ਹੀ ਆਮ ਲੋਕਾਂ ਵਾਸਤੇ ਵੀ ਜ਼ਰੂਰੀ ਆ। ਉਹਦੇ ਵਾਸਤੇ ਖੇਤੀ ਵਿਭਿੰਨਤਾ ਬਹੁਤ ਜ਼ਰੂਰੀ ਆ। ਵੀ ਜੇ ਅਸੀਂ ਇਕੱਲੇ ਕਣਕ ਝੋਨੇ ਦੇ ਮਗਰ ਪਏ ਰਹੇ ਤਾਂ ਸਾਡੇ ਕੋਲੇ ਪਾਣੀ ਵੀ ਨਹੀਂ ਬਚਣਾ,
ਤੇ ਸਾਡੇ ਕੋਲੇ ਜਿਹੜਾ ਵਾਤਾਵਰਨ ਵੀ ਨਹੀਂ ਬਚਣਾ ਤੇ ਸਾਡੇ ਕੋਲੇ ਸ਼ਹਿਦ ਦੀਆਂ ਮੱਖੀਆਂ ਵੀ ਨਹੀਂ ਬਚਣੀਆਂ, ਸਾਡੇ ਕੋਲੇ ਕੁਝ ਵੀ ਨਹੀਂ ਬਚਣਾ। ਵੀ ਇਹਨੂੰ ਬਚਾਉਣ ਵਾਸਤੇ ਅਸੀਂ ਤਾਂ ਆਪਦਾ ਯੋਗਦਾਨ ਦੇ ਰਹੇ ਹਾਂ। ਵੀ ਇਹਨੂੰ ਸਮਝੋ, ਵੱਧ ਤੋਂ ਵੱਧ ਰੁੱਖ ਲਾਓ ਆਪਦੇ ਖੇਤਾਂ ਦੇ ਵਿੱਚ, ਜਿੰਨੀ ਕਰ ਸਕਦੇ ਹੋ ਹੱਥੀਂ ਖੇਤੀ ਕਰੋ, ਲੇਬਰ ਤੇ ਡਿਪੈਂਡ ਨਾ ਰਹੋ। ਥੋੜੀ ਬਹੁਤੀ ਬਦਲਵੀਂ ਖੇਤੀ ਸ਼ੁਰੂ ਕਰੋ। ਨਰਮਾ ਕਪਾਹ ਸਾਨੂੰ ਬਹੁਤ ਜ਼ਰੂਰੀ ਆ, ਮੱਕੀ ਬਹੁਤ ਜ਼ਰੂਰੀ ਆ। ਜੇ ਹਜੇ ਨਹੀਂ ਮੁੱਲ ਮਿਲਦਾ ਘੱਟ ਲਾ ਲਓ, ਪਰ ਜ਼ਰੂਰੀ ਆ। ਜੇ ਕਰਾਂਗੇ ਤਾਂ ਬਚਾਂਗੇ। ਸਰਕਾਰ ਨੂੰ ਵੀ ਚਾਹੀਦਾ ਵੀ ਜੇ ਕੋਈ ਖੇਤੀ ਵਿਭਿੰਨਤਾ ਵਾਲੇ ਪਾਸੇ ਨੂੰ ਚੱਲਦਾ ਤੇ ਉਹਦੀ ਬਾਂਹ ਫੜੇ, ਉਹਨੂੰ ਜਿੰਨਾ ਕੁ ਉਹਨੇ ਬੀਜਿਆ ਉਹਦਾ ਮੁੱਲ ਮਿਲੇ, ਤਾਂ ਜੋ ਉਸ ਪਾਸੇ ਨੂੰ ਸੋਚਣਾ ਸ਼ੁਰੂ ਕਰੇ। ਕਿਉਂਕਿ ਲੋਕ ਸਾਡੇ ਇੱਥੇ ਐਕਸਪੈਰੀਮੈਂਟ ਕਰਕੇ ਫਿਰ ਇਸ ਪਾਸੇ ਨੂੰ ਤੁਰਦੇ ਆ। ਮੈਂ ਉਦਾਹਰਨ ਦੇ ਦਿੰਦਾ ਸਿੱਧੀ ਬਿਜਾਈ ਦੀ। ਪਿਛਲੇ ਸਾਲ ਮਜ਼ਦੂਰਾਂ ਦੀ ਘਾਟ ਕਰਕੇ ਕੁਝ ਕੁ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਔਰ ਕਾਫੀ ਵਧੀਆ ਰਿਜ਼ਲਟ ਮਿਲੇ। ਇਸ ਵਾਰ ਲੋਕ ਖੁਦ ਆਪਣੇ ਆਪ ਤਿਆਰ ਹੋਏ। ਪਹਿਲਾਂ ਨਾਲੋਂ ਰਕਬਾ ਸਿੱਧੀ ਬਿਜਾਈ ਥੱਲੇ ਆ ਰਿਹਾ। ਵੀ ਜੇ ਦੇਖਦੇ ਆ ਨਾ ਉਹ ਵੀ ਆ ਬੰਦਾ ਕਾਮਯਾਬ ਆ ਜਾਂ ਧੰਦਾ ਕਾਮਯਾਬ ਆ ਜਾਂ ਤਰੀਕਾ ਕਾਮਯਾਬ ਆ, ਫਿਰ ਉਸ ਪਾਸੇ ਨੂੰ ਚੱਲਦੇ ਆ। ਵੀ ਉਹਨਾਂ ਦੀ ਬਾਂਹ ਫੜੇ ਜਿਹੜੇ ਕੋਈ ਐਕਸਪੈਰੀਮੈਂਟ ਕਰਦੇ ਆ, ਤਾਂ ਇਹ ਧੰਦਾ ਵੀ ਬਚੂਗਾ, ਸਾਡਾ ਵਾਤਾਵਰਨ ਵੀ ਬਚੂਗਾ ਤੇ ਇਸ ਤਰੀਕੇ ਨਾਲ ਹੋ ਸਕਦਾ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ, ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਕਿ ਹਰ ਇੱਕ ਧੰਦਾ ਆਪਸ ਦੇ ਨਾਲ ਇੱਕ ਦੂਜੇ ਦਾ ਪੂਰਕ ਹੈ, ਕਿਉਂਕਿ ਕੁਦਰਤ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਦੀ ਹੈ। ਉਸੇ ਤਰ੍ਹਾਂ ਜਿਹੜਾ ਸ਼ਹਿਦ ਮੱਖੀ ਪਾਲਣਾ ਇਹ ਵੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਜਿਹੜੇ ਆਪਾਂ ਨੂੰ ਚੰਗਾ ਖਾਣਾ, ਸ਼ੁੱਧ ਸ਼ਹਿਦ ਖਾਣਾ, ਇਹ ਵੀ ਬਹੁਤ ਜ਼ਰੂਰੀ ਹੈ ਆਪਣੇ ਲਈ। ਸਰਕਾਰਾਂ ਨੂੰ ਵੀ ਚਾਹੀਦਾ ਕਿ ਹਰ ਇੱਕ ਜਿਹੜਾ ਮਾਪਦੰਡ ਆ ਉਹ ਵੀ ਇਸ ਲਈ ਵਾਜਬ ਬਣਾਇਆ ਜਾਵੇ। ਤੇ ਨਾਲ ਦੀ ਨਾਲ ਜੇਕਰ ਇਸ ਧੰਦੇ ਦੇ ਵਿੱਚ ਦੇਖੀਏ ਤਾਂ ਇਹ ਧੰਦਾ ਫਸਲੀ ਵਿਭਿੰਨਤਾ ਨੂੰ ਵੀ ਜਿਹੜਾ ਜ਼ਰੂਰੀ ਸਮਝਦਾ ਕਿ ਫਸਲਾਂ ਵੱਖੋ ਵੱਖਰੀਆਂ ਹੋਣਗੀਆਂ ਤਾਂ ਇਹ ਜਿਹੜੀਆਂ ਸ਼ਹਿਦ ਮੱਖੀ ਪਾਲਕ ਹੈ ਇਹ ਆਪਣਾ ਵੀ ਧੰਦਾ ਬਰਕਰਾਰ ਰੱਖਣਗੇ। ਧੰਨਵਾਦ।